ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ। ਸ਼ੁਕਰ ਹੈ ਆਪ ਜੀ ਦੇ ਦਰਸ਼ਨ ਹੋ ਰਹੇ ਨੇ ਸੰਗਤਾਂ ਦੇ। ਤੋ ਸੰਗਤ ਜੀ, ਅੱਜ ਅਸੀਂ ਭਗਤ ਰਵਿਦਾਸ ਜੀ, ਉਹਨਾਂ ਦਾ ਪ੍ਰੇਮ ਲਵਾਂਗੇ, ਉਹਨਾਂ ਦੀਆਂ ਅਸੀਸਾਂ ਲਵਾਂਗੇ ਅਸੀਂ ਬਾਣੀ ਦੇ ਵਿੱਚੋਂ, ਔਰ ਉਹਨਾਂ ਦੀ ਜੀਵਨ ਦੇ ਕੁਛ ਅਸੀਂ ਦਰਸ਼ਨ ਵੀ ਕਰਾਂਗੇ। ਔਰ ਗੁਰਬਾਣੀ ਦੇ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 16 ਰਾਗਾਂ ਵਿੱਚ ਔਰ 40 ਸ਼ਬਦ ਨੇ ਭਗਤ ਰਵਿਦਾਸ ਜੀ ਦੇ। ਔਰ ਇੰਨਾ ਪ੍ਰੇਮ ਮਿਲੇਗਾ ਨਾ ਇਹਨਾਂ ਸ਼ਬਦਾਂ ਦੇ ਵਿੱਚੋਂ, ਜਿਵੇਂ ਹਿਰਦੇ ਦੇ ਵਿੱਚ ਹਲਚਲ ਹੋਣੀ ਸ਼ੁਰੂ ਹੋ ਜਾਂਦੀ ਹੈ। ਬੜੇ ਕੋਮਲ ਹਿਰਦੇ ਦੇ, ਬਸ ਸਿਰਫ ਔਰ ਸਿਰਫ ਪਰਮਾਤਮਾ ਦੇ ਪ੍ਰੇਮ ਵਿੱਚ ਭਿੱਜੇ ਹੋਏ, ਔਰ ਇਤਨੇ ਹੰਬਲ, ਇਤਨੇ ਨਿਮਰਤਾ ਵਾਲੇ। ਕੋਈ ਕੁਛ ਵੀ ਕਹਿ ਰਿਹਾ, ਕੋਈ ਇਤਰਾਜ਼ ਨਹੀਂ, ਬਸ ਆਪਣੀ ਪ੍ਰੇਮ ਭਗਤੀ ਵਿੱਚ, ਆਪਣੇ ਪਰਮਾਤਮਾ ਦੀ ਬੰਦਗੀ ਦੇ ਵਿੱਚ ਲਿਵਲੀਨ। ਸੋ ਉਦੋਂ ਦਾ ਇੱਕ ਸਮਾਜ ਜਿਹੜਾ ਅੱਜ ਵੀ ਸਮਾਜ ਹਮੇਸ਼ਾ ਹੀ ਕੁਛ ਨਾ ਕੁਛ ਗੜਬੜ ਕਰੀ ਰੱਖਦਾ ਹੁੰਦਾ। ਹੁਣ ਤਾਂ ਵੈਸੇ ਹੀ ਆਪਾਂ ਕਹਿੰਦੇ ਕਲਯੁੱਗ ਦਾ ਸਮਾਂ ਆ, ਤੇ ਜਿਹੜਾ ਸਮਾਜ ਦੀ ਹਾਲਤ ਬੜੀ ਖਰਾਬ ਸੀ। ਕਿਹੋ ਜਿਹਾ ਸੀ ਉਦੋਂ ਹਿੰਦੁਸਤਾਨ ਦੀ ਜਿਹੜੀ ਸਮਾਜ ਦਾ, ਇਹ ਭਾਈ ਕਾਹਨ ਸਿੰਘ ਨਾਭਾ ਜੀ ਨੇ ਲਿਖਿਆ ਕਿ ਮਨੂ ਸਮਰਤੀ ਨੂੰ ਮੰਨਦੇ ਸਨ ਲੋਕ। ਉਹ 4 ਲੋਕਾਂ ਨੂੰ 4 ਹਿੱਸਿਆਂ 'ਚ ਵੰਡਿਆ ਸੀ, 4 ਵਰਨਾਂ ਵਿੱਚ, ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ। ਸੋ ਇਹ ਭਗਤ ਰਵਿਦਾਸ ਜੀ ਜਿਹੜੇ ਨੇ ਚਮਾਰ ਜਾਤੀ ਵਿੱਚੋਂ, ਉਹ ਜੋ ਉਹਨਾਂ ਲੋਕਾਂ ਦੀ ਮਾਨਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਨੂੰ ਨੀਵਾਂ ਉੱਚਾ ਨਹੀਂ ਕਿਹਾ ਗਿਆ। ਕੌਣ ਨੀਵਾਂ ਆ? ਜਿਹਦੇ ਕਰਮ ਮਾੜੇ ਨੇ ਉਹ ਨੀਵਾਂ ਆ। ਉੱਚਾ ਕੌਣ ਆ? ਜਿਹਦੇ ਕਰਮ ਚੰਗੇ ਨੇ। ਉਹ ਕਿਸੇ ਵੀ ਜਾਤੀ ਨੂੰ ਜਾਤੀਆਂ ਨੂੰ ਮੰਨਦੇ ਹੀ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇੱਥੇ ਮੰਨਿਆ ਗਿਆ ਕਿ ਮਾਨਸ ਕੀ ਜਾਤ ਸਭ ਏਕੇ ਪਹਿਚਾਨ, ਸਾਰੇ ਮਾਨਸ ਦੀ ਜਾਤ ਨੇ ਔਰ ਇੱਕੋ ਹੀ ਜੋਤ ਆ ਸਾਰਿਆਂ ਦੇ ਵਿੱਚ। ਸੋ ਭਾਈ ਕਾਹਨ ਸਿੰਘ ਜੀ ਨਾਭਾ ਜੀ ਲਿਖਦੇ ਨੇ ਕਿ ਉਹ ਮਨੂ ਸਮਰਤੀ ਦੇ ਅਨੁਸਾਰ ਇੰਨਾ ਕੁ ਜ਼ਿਆਦਾ, ਇਹ ਜਿਹੜਿਆਂ ਨੂੰ ਅਖੌਤੀ ਸ਼ੂਦਰ ਜਾਤੀ ਕਹਿੰਦੇ ਸਨ, ਨੀਵੀਆਂ ਜਾਤੀਆਂ ਵਾਲੇ, ਬ੍ਰਾਹਮਣਾਂ ਪੰਡਤਾਂ ਨੇ ਇਤਨਾ ਦੁਖੀ ਕੀਤਾ ਹੋਇਆ ਸੀ। ਇਹ ਕਹਿੰਦੇ ਸਨ ਕਿ ਨਾ ਤਾਂ ਤੁਸੀਂ ਮੰਦਿਰਾਂ 'ਚ ਜਾ ਸਕਦੇ ਹੋ, ਨਾ ਹੀ ਕੋਈ ਤੁਸੀਂ ਧਰਮ ਦਾ ਕਾਰਜ ਕਰ ਸਕਦੇ ਹੋ। ਸੋ ਵੇਦ ਪੜ੍ਹਨੇ ਪੜ੍ਹਾਣੇ ਸਾਡਾ ਕੰਮ ਆ, ਪੂਜਾ ਕਰਨੀ ਕਰਾਣੀ ਸਾਡਾ ਕੰਮ ਆ, ਯੱਗ ਕਰਨੇ ਕਰਾਣੇ ਜਿਹੜਾ ਉਹ ਸਾਡਾ ਕੰਮ ਆ। ਤੁਹਾਡਾ ਤਾਂ ਤੁਸੀਂ ਤਾਂ ਸੁਣ ਵੀ ਨਹੀਂ ਸਕਦੇ, ਤੁਸੀਂ ਤਾਂ ਵਿੱਚ ਸ਼ਾਮਲ ਵੀ ਨਹੀਂ ਹੋ ਸਕਦੇ। ਔਰ ਇੱਥੇ ਹੀ ਬਸ ਨਹੀਂ, ਇਹਨਾਂ ਨੇ ਕੀ ਕੀਤਾ ਹੋਇਆ ਸੀ ਕਿ ਇਹ ਕਹਿੰਦੇ ਤੁਹਾਡਾ ਸ਼ੂਦਰਾਂ ਦਾ ਪਰਛਾਵਾਂ ਵੀ ਨਹੀਂ ਸਾਡੇ ਤੇ ਪੈਣਾ ਚਾਹੀਦਾ। ਤੋ ਜਿਹੜੇ ਸ਼ੂਦਰ ਸਨ, ਉਹਨਾਂ ਦੇ ਗਲੇ ਦੇ ਵਿੱਚ ਇੱਕ ਘੰਟੀ ਪਾਈ ਹੁੰਦੀ ਸੀ। ਉਹ ਕਿਉਂ ਘੰਟੀ ਪਾਈ ਹੁੰਦੀ ਸੀਗੀ ਗਲੇ ਦੇ ਵਿੱਚ? ਕਿ ਜਦੋਂ ਕੋਈ ਸ਼ੂਦਰ ਆਵੇ ਤਾਂ ਉਹ ਪੰਡਤ ਬ੍ਰਾਹਮਣ ਨੂੰ, ਖੱਤਰੀਆਂ ਨੂੰ, ਉੱਚੀ ਜਾਤੀਆਂ ਵਾਲਿਆਂ ਨੂੰ ਉਹ ਸੁਣ ਜਾਵੇ ਤਾਂ ਉਹ ਇੱਕ ਪਾਸੇ ਹੋ ਜਾਣ, ਇਹਨਾਂ ਦੀ ਪਰਛਾਵਾਂ ਬਿਨਾਂ ਪੈ ਜਾਵੇ। ਔਰ ਪਿੱਛੇ ਕੀ ਕਰਦੇ ਸੀ? ਗਲੇ 'ਚ ਘੰਟੀ ਪਾਈ ਹੋਈ, ਇਹਨਾਂ ਦੇ ਪਿੱਛੇ ਬਸਤਰ, ਚਾਹੇ ਜੋ ਸ਼ਰਟ ਹੁੰਦੀ ਸੀ ਜਾਂ ਕਮਰ ਕੱਸਾ ਜਿਹਾ ਬੰਨ੍ਹ ਕੇ, ਪਰਨਾ ਪਾ ਕੇ, ਉਹਦੇ ਨੀਚੇ ਦਰਖਤ ਦੀ ਇੱਕ ਟਾਹਣੀ ਬੰਨ੍ਹੀ ਹੁੰਦੀ ਸੀ। ਵੀ ਤਾਂ ਕਿ ਇਹ ਜਿੱਥੋਂ ਲੰਘ ਕੇ ਜਾਵੇ ਤਾਂ ਉਹਦੇ ਜਿਹੜੀ ਉਹ ਦਰਖਤ ਦੀ ਟਾਹਣੀ ਆ, ਇਹਦੇ ਪੈਰਾਂ ਦੇ ਨਿਸ਼ਾਨਾਂ ਨੂੰ ਸਾਫ਼ ਕਰ ਦੇਵੇ, ਤਾਂ ਕਿ ਉੱਪਰ ਜੇ ਕਿਸੇ ਉੱਚੀ ਜਾਤੀ ਦੇ ਪੈਰਾਂ ਦਾ ਨਿਸ਼ਾਨ, ਮਤਲਬ ਉਹਦੇ ਤੇ ਪੈਰ ਰੱਖਿਆ ਗਿਆ ਤਾਂ ਉਹ ਭ੍ਰਿਸ਼ਟਿਆ ਜਾਏਗਾ। ਇਤਨੀ ਜ਼ਿਆਦਾ ਬੁਰਾ ਹਾਲ ਕੀਤਾ ਹੋਇਆ ਸੀ। ਲੇਕਿਨ ਧੰਨ ਭਗਤ ਰਵਿਦਾਸ ਜੀ, ਜਿਨ੍ਹਾਂ ਨੂੰ ਇਤਨਾ ਉਹ ਸਮਾਜ ਨੇ ਇਤਨਾ ਦੁਖੀ ਕੀਤਾ ਹੋਇਆ ਸੀ, ਔਰ ਉਸ ਹਾਲਾਤਾਂ ਦੇ ਵਿੱਚ ਬੰਦਗੀ ਕਰ ਲੈਣੀ, ਜਦੋਂ ਉਹ ਕਹਿੰਦੇ ਨੇ ਨੀਵੀਂ ਜਾਤ ਵਾਲਾ ਤਾਂ ਨਾਮ ਲੈ ਹੀ ਨਹੀਂ ਸਕਦਾ, ਇਹ ਤਾਂ ਬੰਦਗੀ ਕਰ ਹੀ ਨਹੀਂ ਸਕਦਾ। ਉਹਨਾਂ ਹਾਲਾਤਾਂ ਵਿੱਚ ਇੰਨੀ ਬੰਦਗੀ, ਇਤਨੀ ਬੰਦਗੀ, ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੱਸਦੇ ਨੇ ਵੀ ਕਿੰਨੀ ਉਹਨਾਂ ਦੀ ਮਹਿਮਾ ਫੈਲੀ, ਕਿੰਨੀ ਮਹਿਮਾ ਫੈਲੀ। ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਹਿੰਦੇ ਨੇ, ਰਵਿਦਾਸ ਚਮਾਰ ਉਸਤਤ ਕਰੇ। ਤੁਸੀਂ ਚਮਾਰ ਚਮਾਰ ਕਰਕੇ ਕਹਿੰਦੇ ਹੋ, ਗੁਰੂ ਰਾਮਦਾਸ ਜੀ ਕਹਿੰਦੇ ਭਗਤ ਰਵਿਦਾਸ ਜੀ ਨੂੰ, ਉਹਨਾਂ ਨੇ ਹਰੀ ਦੀ ਇੰਨੀ ਉਸਤਤ ਕੀਤੀ, ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਕ ਇੱਕ ਗਾਏ। ਜਦੋਂ ਹਰੀ ਦੀ ਕੀਰਤੀ ਕੀਤੀ ਨਾ ਉਹਨਾਂ ਨੇ ਹਿਰਦੇ ਤੋਂ, ਪਤੀ ਤੇ ਜਾਤ ਉੱਤਮ ਪਿਆ, ਜਿਹਨੂੰ ਤੁਸੀਂ ਨੀਵੀਂ ਜਾਤੀ ਕਹਿੰਦੇ ਸੀ, ਉਹ ਇੰਨੇ ਉੱਤਮ ਹੋ ਗਏ। ਚਰਨ ਵਰਨ ਪਏ ਪੱਗ ਆਏ, 4 ਵਰਨਾਂ ਦੇ ਲੋਕ ਉਹਨਾਂ ਦੇ ਚਰਨਾਂ ਦੇ ਵਿੱਚ ਆ ਕੇ ਜਿਹੜੇ ਆ ਝੁਕੇ ਨੇ। ਤੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬੰਦਗੀ ਵਾਲਿਆਂ ਦਾ ਕਿਤਨਾ ਸਤਿਕਾਰ ਕਰਦੇ ਨੇ। ਗੁਰੂ ਮਹਾਰਾਜ ਜੀ ਕਹਿੰਦੇ ਨੇ, ਜਾਤ ਕੁਲੀਨ ਸੇਵਕ ਜੇ ਹੋਏ, ਕੋਈ ਉੱਚੀ ਜਾਤ ਦਾ ਅਗਰ ਬੰਦਗੀ ਕਰੇ ਤਾਂ ਮਹਾਰਾਜ ਜੀ ਕਹਿੰਦੇ ਉਹ ਕਹਿਣੇ ਕੀ ਆ ਭਾਈ, ਜਿਹੜਾ ਵੀ ਨਾਮ ਜਪਦਾ, ਕੋਈ ਇਹ ਨਹੀਂ ਕਿਹਾ ਵੀ ਨੀਵੀਂ ਵਾਲੇ ਜਾਂ ਉੱਚੀ। ਮਹਾਰਾਜ ਕਹਿੰਦੇ ਜਿਹੜੇ ਆਪਣੇ ਆਪ ਨੂੰ ਉੱਚੀਆਂ ਜਾਤਾਂ ਵਾਲੇ ਸਮਝਦੇ ਨੇ, ਅਗਰ ਉਹ ਵੀ ਨਾਮ ਜਪਦੇ ਨੇ ਤਾਂ ਉਹਨਾਂ ਦਾ ਕਹਿਣਾ ਹੀ ਕੀ ਆ? ਤਾਂ ਕਾ ਕਹਿਣਾ ਕਹੋ ਨਾ ਕੋਈ, ਕਹਿੰਦੇ ਉਹਨਾਂ ਦਾ ਕਿਹਾ ਹੀ ਨਹੀਂ ਜਾ ਸਕਦਾ।
ਪਰ ਨਾਲ ਮਹਾਰਾਜ ਕਹਿੰਦੇ ਨੇ, ਵਿੱਚ ਸਨਾਤੀ ਸੇਵਕ ਹੋਏ, ਕੋਈ ਨੀਵੀਂ ਜਾਤੀ ਦਾ ਅਗਰ ਬੰਦਗੀ ਕਰੇ, ਜਿਨ੍ਹਾਂ ਨੂੰ ਲੋਕ ਨੀਵੀਂ ਜਾਤੀ ਕਹਿੰਦੇ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ, ਗੁਰਮਤਿ ਨੇ ਨਹੀਂ ਕਿਹਾ ਕਿ ਤੁਸੀਂ ਜਿਨ੍ਹਾਂ ਨੂੰ ਨੀਵੀਂ ਜਾਤੀ ਦੇ ਕਹਿੰਦੇ ਹੋ, ਅਗਰ ਉਹ ਬੰਦਗੀ ਕਰੇ, ਫਿਰ ਮਹਾਰਾਜ ਜੀ ਕਹਿੰਦੇ ਆ, ਫਿਰ ਪਤਾ ਫਿਰ ਆਪਣਾ ਆਪ ਕਿੰਨਾ ਉਹਦੇ ਅੱਗੇ ਸਮਰਪਿਤ ਕਰਦੇ ਨੇ। ਕਹਿੰਦੇ ਨਾਨਕ ਪਣੀਆਂ ਪਹਿਰੇ ਸੋਏ, ਕਹਿੰਦੇ ਮੇਰੇ ਤਨ ਦੀ ਜੁੱਤੀ ਬਣਾ ਕੇ ਤਾਂ ਉਹਦੇ ਚਰਨਾਂ ਚ ਪਵਾ ਦੋ। ਇੰਨਾ ਸਤਿਕਾਰ ਦੇ ਰਹੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ। ਇਹ ਭਰਮ ਭੁਲੇਖੇ ਕੱਢਣ ਦੇ ਲਈ ਵੀ, ਤੁਸੀਂ ਜਿਹਨਾਂ ਨੂੰ ਨੀਵੀਂ ਜਾਤੀ ਦੇ ਆਖਦੇ ਹੋ, ਆਪਣੇ ਆਪ ਨੂੰ ਵੱਡੇ ਬਣੇ ਫਿਰਦੇ ਹੋ, ਗੁਰੂ ਮਹਾਰਾਜ ਨੇ ਤਾਂ ਇੰਨੀ ਤਾੜਨਾ ਕਰ ਦਿੱਤੀ ਇਹਨਾਂ ਨੂੰ, ਪੰਡਤਾਂ ਨੂੰ, ਬ੍ਰਾਹਮਣਾਂ ਨੂੰ ਕਿਹਾ ਕਿ ਤੁਸੀਂ ਕੇਸਰ, ਰੇਸ਼ਮ, ਘਿਓ, ਫੁੱਲ, ਇਹਨਾਂ ਨੂੰ ਨਹੀਂ ਤੁਸੀਂ ਗਿਣਦੇ ਵੀ ਇਹ ਕਿਹਦੇ ਹੱਥਾਂ ਚੋਂ ਆਇਆ, ਹੈਨਾ? ਕਿਹੜੇ ਮਾਲੀ ਨੇ, ਨੀਵੀਂ ਜਾਤੀ ਦਾ ਮਾਲੀ ਵੀ ਫੁੱਲ ਪੈਦਾ ਕਰ ਸਕਦਾ, ਉਹਨੂੰ ਤੁਸੀਂ ਮੰਦਿਰ 'ਚ ਚੜਾ ਲੈਂਦੇ ਹੋ। ਜੇ ਮਤਲਬ ਜਿਹੜੀਆਂ ਕੀਮਤੀ ਵਧੀਆ ਚੀਜ਼ਾਂ ਆ, ਉਹ ਜਿਹੜਾ ਮਰਜ਼ੀ ਤਿਆਰ ਕਰ ਦੇਵੇ, ਤਾਂ ਉਹ ਕਹਿੰਦੇ ਉਹਨਾਂ ਨੂੰ ਪਵਿੱਤਰ ਤੁਸੀਂ ਗਿਣਦੇ ਹੋ। ਸੋ ਬੜਾ ਇਹਨਾਂ ਦੇ ਉੱਤੇ ਮਹਾਰਾਜ ਜੀ ਨੇ, ਇਹਨਾਂ ਦੇ ਉੱਤੇ ਮਤਲਬ ਸਾਰੇ ਨਹੀਂ ਇਸ ਤਰ੍ਹਾਂ ਦੇ ਹੁੰਦੇ, ਜਿਨ੍ਹਾਂ ਦੀ ਸੋਚ ਏਦਾਂ ਦੀ। ਸਾਡੀ ਵੀ ਅੱਜ ਕਈਆਂ ਦੀ ਸੋਚ ਇਹੋ ਜਿਹੀ ਹੈ, ਤਾਂ ਸਾਨੂੰ ਗੁਰੂ ਮਹਾਰਾਜ ਜੀ ਬਹੁਤ ਤਾੜਨਾ ਕਰ ਰਹੇ ਨੇ। ਤੋ ਭਗਤ ਰਵਿਦਾਸ ਜੀ ਜਿਹੜੇ ਬਨਾਰਸ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ। ਬੜੇ ਗਰੀਬ ਪਰਿਵਾਰ ਨੂੰ ਬਿਲੋਂਗ ਕਰਦੇ ਸਨ, ਕਿਉਂਕਿ ਇਹਨਾਂ ਦੇ ਜੋ ਪਿਤਾ ਜੀ ਸਨ, ਉਹ ਜੁੱਤੀਆਂ ਗੰਢਣ ਦਾ ਕੰਮ ਕਰਦੇ ਸਨ, ਜੁੱਤੀਆਂ ਵੀ ਬਣਾਉਂਦੇ ਸਨ। ਸੋ ਜੁੱਤੀਆਂ ਗੰਢਣੀਆਂ ਮਤਲਬ ਅਮੀਰ ਲੋਕ ਜੁੱਤੀ ਗੰਢਾਉਣ ਨਹੀਂ ਆਉਂਦਾ ਹੁੰਦਾ, ਗਰੀਬਾਂ ਨਹੀਂ ਆਉਣਾ, ਤੇ ਬਹੁਤ ਲੋ ਇਨਕਮ ਸੀ। ਉਸ ਪਰਿਵਾਰ ਵਿੱਚ ਇੱਕੋ ਇਕਲੌਤੇ ਪੁੱਤਰ ਨੇ ਇਹ ਆਪਣੇ ਮਾਤਾ ਪਿਤਾ ਦੇ। ਪਿਤਾ ਜੀ ਦਾ ਨਾਮ ਪਿਤਾ ਰਘੂ ਜੀ ਹੈ, ਮਾਤਾ ਜੀ ਦਾ ਨਾਮ ਘਰਬਿਨੀਆ ਜੀ ਹੈ, ਔਰ ਇਹਨਾਂ ਦੀ ਪਤਨੀ ਦਾ ਨਾਮ ਬੀਬੀ ਲੋਨਾ ਜੀ। ਜਦੋਂ ਥੋੜੇ ਜਿਹੇ ਵੱਡੇ ਹੁੰਦੇ ਨੇ, ਪਿਤਾ ਜੀ ਫਿਰ ਆਪਣੇ ਨਾਲ ਹੀ ਇਹਨਾਂ ਨੂੰ ਕੰਮ ਤੇ ਲਾ ਲੈਂਦੇ ਨੇ, ਜੁੱਤੀਆਂ ਕੱਢਣੀਆਂ ਸਿਖਾਉਂਦੇ ਨੇ, ਸਾਰਾ ਕੁਛ ਜੁੱਤੀ ਬਣਾਉਣੀ ਸਿਖਾਉਂਦੇ ਨੇ। ਲੇਕਿਨ ਇਹ ਸ਼ੁਰੂ ਤੋਂ ਭਗਤੀ ਭਾਵ ਵਾਲੇ ਨੇ, ਪਰਮਾਤਮਾ ਦੀ ਬੰਦਗੀ ਵਾਲੇ ਨੇ। ਮੰਦਿਰਾਂ 'ਚ ਨਹੀਂ ਵੜਨ ਦਿੱਤਾ ਜਾ ਰਿਹਾ, ਕੋਈ ਨਹੀਂ, ਹਿਰਦੇ ਤੋਂ ਰਾਮ ਰਾਮ ਜ਼ੁਬਾਨ ਤੋਂ ਵੀ ਜਪਦੇ ਨੇ, ਹਿਰਦੇ ਤੋਂ ਵੀ ਜਪਦੇ ਨੇ, ਤਾਂ ਬੜੀ ਬਹੁਤ ਜ਼ਿਆਦਾ ਆਸਥਾ ਹੈ ਬੰਦਗੀ ਵਿੱਚ, ਇੰਨੇ ਲਿਵਲੀਨ ਨੇ। ਸੋ ਇਤਨੇ ਕੋਮਲ, ਇਤਨੇ ਪਿਆਰੀ ਰੂਹ, ਇੰਨੇ ਨਿਮਰਤਾ ਵਾਲੇ, ਨਾ ਕਿਸੇ ਨਾਲ ਫਾਲਤੂ ਗੱਲ, ਨਾ ਕੋਈ ਕੁਛ। ਫਿਰ ਮਾਤਾ ਪਿਤਾ ਨੇ ਥੋੜੇ ਵੱਡੇ ਹੋਏ ਤਾਂ ਇਹਨਾਂ ਦਾ ਵਿਆਹ ਵੀ ਕਰ ਦਿੱਤਾ ਬੀਬੀ ਲੋਨਾ ਜੀ ਦੇ ਨਾਲ। ਉਹ ਵੀ ਭਗਤੀ ਭਾਵ ਵਾਲੀ ਪਤਨੀ ਵੀ, ਬੜੀ ਭਗਤੀ ਭਾਵ ਵਾਲੀ। तो माता-पिता ने देखा भी ये तो भगत जी के बारे इतनी सेवा भाव वाले इतने सन, कोई अगर गरीब आके कह दवे भी मैं जुत्ती गंढ दे और मेरे को पैसे नहीं है देण नूं, तां फ्री च ही गंढ देणी। तो पिता ने कहा भी ये तां गुजारा किवें होऊगा, इन्हां नूं अलग करो, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਪੈਸਾ ਕਿਵੇਂ ਕਮਾਉਣਾ। ਆਪਾਂ ਵੀ ਇਵੇਂ ਹੀ ਕਰਦੇ ਆ ਨਾ, ਜਵਾਨ ਬੱਚੇ ਜਦੋਂ ਨਹੀਂ ਕਮਾਉਂਦੇ, ਅਲੱਗ ਕਰੋ, ਤੁਹਾਨੂੰ ਪਤਾ ਲੱਗੇ ਕਿਵੇਂ ਤੋਂ ਰੋਟੀ ਖਾਣੀ ਹੈ। ਸੋ ਇਹਨਾਂ ਦੇ ਪਿਤਾ ਜੀ ਨੇ ਵੀ ਇਵੇਂ ਕੀਤਾ, ਪਤੀ ਪਤਨੀ ਨੂੰ ਅਲੱਗ ਕਰ ਦਿੱਤਾ। ਤੇ ਇੱਕ ਛੱਪੜੀ ਕੱਖਾਂ ਦੀ ਝੁੱਗੀ ਬਣਾ ਕੇ ਉਹਦੇ ਵਿੱਚ ਰਹਿਣ ਲੱਗ ਗਏ, ਤਾਂ ਆਪਣਾ ਉਹ ਕੰਮ ਉਹੀ ਕਰ ਰਹੇ ਨੇ, ਜਿਹੜੀ ਇਹਨਾਂ ਦੀ ਕਿਰਤ ਆ। ਨਾਲ ਨਾਲ ਹਰੀ ਦੀ ਬੰਦਗੀ, ਪਰਮਾਤਮਾ ਦੀ ਬੰਦਗੀ ਕਰ ਰਹੇ ਨੇ। ਉਹ ਬੰਦਗੀ ਵਾਲਿਆਂ ਤੇ ਟੈਸਟ ਪੇਪਰ ਵੀ ਬੜੇ ਪੈਂਦੇ ਨੇ, ਤਾਂ ਕਈ ਵਾਰ ਇਹੋ ਜਿਹੇ ਹਾਲਾਤ ਆ ਜਾਂਦੇ ਸਨ ਕਿ ਕੋਈ ਸਾਧੂ ਆ ਗਿਆ, ਕੋਈ ਲੋੜਵੰਦ ਆ ਗਿਆ, ਤਾਂ ਉਹ ਸਾਰਾ ਇੱਕ ਇੱਕ ਦਿਨ, ਦੋ ਦੋ ਤਿੰਨ ਤਿੰਨ ਦਿਨ ਦੀ ਇਨਕਮ ਵੀ ਉੱਥੇ ਹੀ ਲਾ ਦੇਣੀ, ਤੇ ਆਪਣੇ ਘਰ ਵਿੱਚ ਖਾਣ ਨੂੰ ਵੀ ਨਹੀਂ ਸੀ ਰਹਿੰਦਾ। ਪਰ ਇਹਨਾਂ ਦੀ ਪਤਨੀ ਵੀ ਇੰਨੇ ਸਬਰ ਸੰਤੋਖ ਵਾਲੀ, ਇਤਨੇ ਸਬਰ ਸੰਤੋਖ ਵਾਲੀ, ਉਹ ਵੀ ਪਤੀ ਦੇ ਨਾਲ ਹੀ ਸਹਿਮਤ ਸਨ। ਬੜਾ ਨੇਕ ਪਤੀ ਪਤਨੀ ਦਾ ਜੀਵਨ, ਬੰਦਗੀ ਵਾਲਾ ਜੀਵਨ। ਇੱਕ ਵਾਰ ਕਹਿੰਦੇ ਕਿ ਬਹੁਤ ਸਾਰੀਆਂ ਜਿਹੜੀਆਂ ਕਥਾਵਾਂ, ਸਾਖੀਆਂ ਭਗਤ ਜੀ ਦੇ ਨਾਲ ਜੁੜੀਆਂ ਹੋਈਆਂ ਨੇ, ਭਗਤ ਰਵਿਦਾਸ ਜੀ ਦੇ ਨਾਲ। ਤੇ ਕਹਿੰਦੇ ਇੱਕ ਵਾਰ ਬਈ ਕੋਈ ਸਾਧੂ ਆਏ, ਫਕੀਰ ਆਏ, ਬੰਦਗੀ ਵਾਲੇ, ਤੇ ਉਹਨਾਂ ਨੂੰ ਲੱਗਿਆ ਵੀ ਇਹ ਇੰਨਾ ਪਰਮਾਤਮਾ ਦੀ ਬੰਦਗੀ ਵਿੱਚ ਲਿਵਲੀਨ, ਇੰਨੇ ਭਗਤੀ ਭਾਵ ਵਾਲੇ, ਇੰਨੀ ਸੇਵਾ ਭਾਵ ਵਾਲੇ, ਇਹਨਾਂ ਨੇ ਉਹਨਾਂ ਦੀ ਬੜੀ ਸੇਵਾ ਕੀਤੀ ਵੀ ਕਿਉਂ ਨਾ ਇਹੋ ਜਿਹਾ ਬੰਦਗੀ ਵਾਲਾ ਭਗਤ ਅਮੀਰ ਹੋਣਾ ਚਾਹੀਦਾ। ਉਹਨਾਂ ਕੋਲ ਇੱਕ ਪਾਰਸ ਦੀ ਵੱਟੀ ਸੀ। ਪਾਰਸ ਉਹ ਵੱਟੀ ਆ ਜਿਹੜੀ ਸੋਨੇ ਨੂੰ ਮਤਲਬ ਲੋਹੇ ਨੂੰ ਵੀ ਸਪਰਸ਼ ਕਰ ਦੇਵੇ ਤਾਂ ਉਹਦਾ ਸੋਨਾ ਬਣ ਜਾਂਦਾ ਆ। ਤਾਂ ਉਹ ਇਹਨਾਂ ਨੂੰ ਭਗਤ ਜੀ ਨੂੰ ਦੇ ਰਹੇ ਨੇ। ਇਹ ਕਹਿੰਦੇ ਨਹੀਂ, ਇਹਨਾਂ ਨੇ ਲਈ ਨਹੀਂ। ਉਹ ਫਿਰ ਵੀ ਨਾ ਇਹਨਾਂ ਦੀ ਜਿਹੜੀ ਛੱਤ ਆ ਉਹਦੇ ਵਿੱਚ ਟੰਗਿਆ, ਕਹਿੰਦੇ ਇੱਥੇ ਮੈਂ ਵੀ ਵਰਤ ਲਿਓ ਤੁਸੀਂ। ਤਾਂ ਭਗਤ ਜੀ ਤਾਂ ਦੇਖਦੇ ਵੀ ਨਹੀਂ ਆਪਣੀ, ਔਰ ਪਤਨੀ ਵੀ ਕਿੰਨੇ ਸਬਰ ਸੰਤੋਖ ਵਾਲੀ, ਉਹ ਵੀ ਨਹੀਂ ਇਸਤੇਮਾਲ ਕਰਦੀ, ਆਪਣੀ ਜੋ ਮਿਹਨਤ ਚੋਂ ਮਿਲ ਰਿਹਾ ਉਹਦੇ ਚ ਗੁਜ਼ਾਰਾ ਕਰ ਰਹੇ ਨੇ। ਤੇ ਉਹ ਫਿਰ ਉਹ ਵਾਪਸ ਫਿਰ ਜਦੋਂ ਫ਼ਕੀਰ ਆਏ ਸਮਾਰਕ ਦੇ ਉੱਤੇ, ਉਹਨਾਂ ਨੇ ਅੱਗੇ ਜਾਣਾ ਸੀਗਾ। ਆ ਕੇ ਦੇਖਿਆ ਭਗਤ ਜੀ ਤਾਂ ਉਸੀ ਛੋਟੀ ਜਿਹੀ ਆਪਣੀ ਝੌਂਪੜੀ ਦੇ ਵਿੱਚ ਨੇ, ਉੱਥੇ ਹੀ ਆਪਣੀ ਕਿਰਤ ਕਰ ਰਹੇ ਨੇ, ਉੱਥੇ ਹੀ ਇਹਨਾਂ ਦਾ ਕਿਚਨ ਆ ਬਸ ਨਿੱਕਾ ਜਿਹਾ ਉਹਨੇ ਦੇ ਵਿੱਚ।
ਉਹ ਬੜੇ ਹੈਰਾਨ ਆ ਕੇ ਕਿਹਾ ਵੀ ਭਗਤਾ ਤੈਨੂੰ ਤਾਂ ਮੈਂ ਪਰਸ ਦੀ ਵੱਟੀ ਦੇ ਕੇ ਗਿਆ ਸੀ ਵੀ ਤੂੰ ਉਹਦਾ ਜਿਹੜੇ ਆਪਣੇ ਲੋਹੇ ਨੂੰ ਛੂ ਛੂ ਕੇ ਜਿੰਨਾ ਮਰਜ਼ੀ ਸੋਨਾ ਬਣਾ ਲੈਂਦਾ, ਅੱਜ ਨੂੰ ਤਾਂ ਤੇਰੇ ਮਹਿਲ ਮਹਿਲ ਬਣ ਜਾਣੇ ਚਾਹੀਦੇ ਸਨ। ਸੋ ਭਗਤ ਜੀ ਨੇ ਕਿਹਾ ਅਸੀਂ ਤਾਂ ਇਹਦੇ ਵਿੱਚ ਹੀ ਆਨੰਦ ਆ, ਅਸੀਂ ਤਾਂ ਬੜੇ ਇਹਦੇ ਚ ਪ੍ਰਸੰਨ ਆ। ਬਹੁਤੀ ਮਾਇਆ ਵੀ ਨਾ ਕਈ ਵਾਰ ਬੰਦੇ ਨੂੰ, ਬਹੁਤਾ ਪੈਸਾ ਵੀ ਜਿਹੜਾ ਇਹ ਅਯਾਸ਼ੀ ਚ ਪਾ ਦਿੰਦਾ, ਕਈ ਵਾਰ ਨਹੀਂ, ਜ਼ਿਆਦਾ ਵਿਰਲੇ ਹੀ ਹੁੰਦੇ ਨੇ ਰਾਜੇ ਜਨਕ ਵਾਲੇ, ਵਿਰਲੇ ਜਿਹੜੇ ਮਾਇਆ ਦੇ ਵਿੱਚ ਰਹਿੰਦੇ ਆ, ਨਿਰਲੇਪ ਹੁੰਦੇ ਨੇ। ਬਾਕੀ ਤਾਂ ਮਾਇਆ ਹਮੇਸ਼ਾ ਹੀ ਜ਼ਿਆਦਾ ਪੈਸਾ ਤੁਹਾਨੂੰ ਸੁੱਖਾਂ ਚ ਪਾਊਗਾ, ਅਯਾਸ਼ੀਆਂ ਚ ਪਾਊਗਾ, ਟਾਈਮ ਵੇਸਟ ਗਲਤ ਪਾਸੇ ਲਾਊਗਾ। ਸੋ ਗੁਰੂ ਮਹਾਰਾਜ ਜੀ, ਗੁਰੂ ਅਰਜਨ ਦੇਵ ਜੀ ਵੀ ਭਗਤ ਰਵਿਦਾਸ ਜੀ ਦੀ ਸਿਫਤ ਕਰਦੇ ਨੇ ਕਿਵੇਂ ਮਾਇਆ ਤੋਂ ਨਿਰਲੇਪ ਨੇ। ਮਹਾਰਾਜ ਜੀ ਕਹਿੰਦੇ ਨੇ, ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ। ਸੋ ਜਿਹੜੇ ਮਰੇ ਪਸ਼ੂ ਢੋਣ ਵਾਲੇ ਸਨ, ਇਹਨਾਂ ਦੀ ਇਹ ਕਿਰਤ ਸੀਗੀ, ਤਾਂ ਉਹ ਕਹਿੰਦੇ ਉਹਨਾਂ ਨੇ ਮਾਇਆ ਦਾ ਤਿਆਗ ਕਰ ਦਿੱਤਾ। ਤਾਂ ਉਹਨਾਂ ਦੀ ਅਵਸਥਾ ਦਾ ਹੁਣ ਜ਼ਿਕਰ ਕਰਦੇ ਨੇ, ਕੀ ਉਹਨਾਂ ਦੀ ਫਿਰ ਅਵਸਥਾ ਆ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਫੇਮਸ ਹੋ ਗਏ ਸੰਗਤ ਦੇ ਵਿੱਚ, ਦੁਨੀਆ ਵਿੱਚ ਫੇਮਸ ਹੋ ਗਏ, ਹਰੀ ਦੇ ਉਹਨਾਂ ਨੇ ਦਰਸ਼ਨ ਪਾ ਲਏ। ਇੰਨੀ ਉੱਚੀ ਅਵਸਥਾ ਦੇ ਮਾਲਕ ਨੇ ਭਗਤ ਰਵਿਦਾਸ, ਅਭੇਦ ਨੇ ਪਰਮਾਤਮਾ ਦੇ ਵਿੱਚ। ਸੋ ਇਹ ਇਤਨੀ ਬੰਦਗੀ ਕਰਦੇ ਨੇ, ਇਤਨੀ ਬੰਦਗੀ ਕਰਦੇ ਨੇ, ਇਤਨੇ ਪਿਆਰੇ ਨੇ। ਹੁਣ ਜਿਹੜੇ ਲੋਕ ਆਉਂਦੇ ਨੇ, ਕੋਈ ਆਪਣਾ ਜੁੱਤੀਆਂ ਕਢਾਉਣ ਆਉਂਦੇ ਨੇ, ਜੁੱਤੀ ਕੋਈ ਖਰੀਦਣ ਆਉਂਦਾ ਆ, ਉਹਨਾਂ ਨੂੰ ਨਾਲ ਨਾਲ ਉਹਨਾਂ ਦੇ ਮਨ ਨੂੰ ਵੀ ਗੰਢ ਰਹੇ ਨੇ, ਇਹ ਨਹੀਂ ਬਾਹਰੋਂ ਜੁੱਤੀ ਗੰਢ ਰਹੇ ਨੇ, ਉਹਨਾਂ ਦੇ ਸੁਰਤੀ ਨੂੰ ਵੀ, ਖਿੰਡੀ ਹੋਈ ਸੁਰਤੀ ਨੂੰ ਵੀ ਗੰਢ ਰਹੇ ਨੇ, ਪਰਮਾਤਮਾ ਦੀ ਬੰਦਗੀ ਚ ਲਗਾ ਰਹੇ ਨੇ। ਹੁਣ ਇਹ ਖੁਸ਼ਬੂ ਜਿਹੜੀ ਨਾ, ਇਹ ਫੈਲ ਕੇ ਰਹਿੰਦੀ ਆ, ਚਾਹੇ ਕੋਈ ਝੌਂਪੜੀ ਚ ਬੈਠਾ ਹੋਵੇ। ਇਹ ਬਾਹਰਲੇ ਪਹਿਰਾਵੇ ਨਾਲ, ਬਾਹਰਲੀਆਂ ਚੀਜ਼ਾਂ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ ਹੁੰਦਾ ਬੰਦਗੀ ਦਾ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੱਸਦੇ ਨੇ, ਜਿਹੜਾ ਝੌਂਪੜੀ 'ਚ ਵੀ ਬੈਠ ਕੇ ਬੰਦਗੀ ਕਰਦਾ ਨਾ, ਉਹਦੀ ਅਵਸਥਾ ਕੀ ਹੁੰਦੀ ਹੈ। ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ। ਮਤਲਬ ਕੱਪੜੇ ਵੀ ਕਿਸੇ ਦੇ ਲੀਰੋ ਲੀਰ ਹੋਣ, ਝੌਂਪੜੀ ਵਿੱਚ ਬੈਠਾ ਹੋਵੇ, ਉਹਦੀ ਟੁੱਟੀ ਜਿਹੀ ਝੌਂਪੜੀ ਹੋਵੇ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮੰਨਾ, ਨਾ ਉਹਦੀ ਕੋਈ ਉੱਚੀ ਜਾਤੀ ਹੋਵੇ, ਨਾ ਉਹਦੀ ਕਿ ਸਮਾਜ ਕੋਈ ਇੱਜ਼ਤ ਹੋਵੇ, ਕੁਛ ਵੀ ਨਾ, ਇੱਜ਼ਤ ਮਾਣ ਵਡਿਆਈਆਂ ਵੀ ਨਾ ਹੋਣ, ਜੰਗਲਾਂ ਚੋਂ ਭਟਕਦਾ ਫਿਰਦਾ ਹੋਵੇ। ਮੰਨ ਲਓ ਭਗਤ ਰਵਿਦਾਸ ਜੀ ਦੇ ਜੀਵਨ ਵਰਗਾ ਹੀ ਜੀਵਨ ਮਹਾਰਾਜ ਜੀ ਜ਼ਿਕਰ ਕਰ ਰਹੇ ਨੇ। ਗਰੀਬੀ ਦੀ ਹਾਲਤ ਵੀ ਹੈ, ਝੌਂਪੜੀ ਵੀ ਹੈ, ਨੀਵੀਂ ਜਾਤ ਵਾਲੇ ਵੀ ਲੋਕ ਕਹਿ ਰਹੇ ਨੇ, ਮਿੱਤਰ ਨਾ ਇਠ ਧਨ ਰੂਪਹੀਣ ਕਿਸ ਸਾਕ ਨਾ ਸਿੰਨਾ, ਕੋਈ ਦਾ ਮਿੱਤਰ ਵੀ ਨਾ ਹੋਵੇ। ਮਿੱਤਰ ਵੀ ਸਾਰੇ ਅਮੀਰਾਂ ਦੇ ਬਣਦੇ ਨੇ ਸੰਗਤ ਜੀ, ਗਰੀਬਾਂ ਦਾ ਕੋਈ ਮਿੱਤਰ ਨਹੀਂ ਬਣਦਾ। ਮਹਾਰਾਜ ਕਹਿੰਦੇ ਇਹੋ ਜਿਹੇ ਵੀ ਹਾਲਾਤ ਹੋਣ, ਪਰ ਉਹ ਬੰਦਗੀ ਅਗਰ ਉਹ ਕਰਦਾ ਹੈ ਨਾ, ਫਿਰ ਉਹਦੀ ਅਵਸਥਾ ਕੀ ਹੈ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ, ਜਿਹਦਾ ਨਾਮ ਪਰਮਾਤਮਾ ਦੀ ਪ੍ਰੇਮ ਵਿੱਚ ਭਿੱਜਿਆ ਹੋਇਆ, ਉਹਦੀ ਬੰਦਗੀ ਵਿੱਚ, ਉਹਦੇ ਨਾਮ ਵਿੱਚ ਭਿੱਜਿਆ, ਉਹ ਤਾਂ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਤਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨਾ। ਮਹਾਰਾਜ ਜੀ ਕਹਿੰਦੇ ਇਹੋ ਜਿਹੇ ਦੀ ਤਾਂ ਚਰਨਾਂ ਦੀ ਧੂੜੀ ਦੇ ਨਾਲ ਹੀ ਉਧਾਰ ਹੋ ਜਾਂਦਾ ਹੈ, ਔਰ ਪਰਮਾਤਮਾ ਵੀ ਪ੍ਰਸੰਨ ਹੁੰਦਾ, ਉਹਦੀ ਚਰਨਾਂ ਦੀ ਧੂੜੀ ਚ ਲੋਕਾਂ ਦਾ ਉਧਾਰ ਹੋ ਜਾਂਦਾ। ਉਹਦੀ ਬੰਦਗੀ ਤੋਂ, ਉਹਦੀ ਭਗਤੀ ਤੋਂ ਬਾਰੇ ਬਲਿਹਾਰੇ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਜਾਂਦੇ ਨੇ। ਜਿਹੜੇ ਬਾਹਰੀ ਹਾਲਾਤ ਇਹੋ ਜਿਹੇ ਹੋਣ, ਲੇਕਿਨ ਅੰਦਰ ਪਰਮਾਤਮਾ ਦੇ ਪ੍ਰੇਮ ਵਿੱਚ ਭਿੱਜਿਆ ਹੋਵੇ। ਤਾਂ ਭਗਤ ਰਵਿਦਾਸ ਜੀ ਜਾਂ ਉਹਨਾਂ ਨੂੰ, ਜਿਨ੍ਹਾਂ ਨੂੰ ਲੋਕ ਨੀਵੀਂ ਜਾਤੀ, ਗਰੀਬ ਆਖਦੇ ਸਨ, ਉਹਨਾਂ ਵਿੱਚੋਂ ਅਗਰ ਕਿਸੇ ਨੇ ਬੰਦਗੀ ਕੀਤੀ ਤਾਂ ਰਾਜਾ ਸਗਲੀ ਸ੍ਰਿਸ਼ਟ ਕਾ, ਗੁਰੂ ਅਰਜਨ ਦੇਵ ਜੀ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਉਹਦਾ ਰਾਜਾ ਆ। ਇਹ ਲੋਕਾਂ ਨੂੰ ਭੁਲੇਖੇ ਨੇ। ਸੋ ਭਗਤ ਰਵਿਦਾਸ ਜੀ ਦੇ ਬਹੁਤ ਸਾਰੇ ਹੁਣ ਸ਼ਿਸ਼ ਬਣਨ ਲੱਗ ਗਏ, ਉੱਚੀਆਂ ਜਾਤਾਂ ਵਾਲੇ ਵੀ ਆਉਣ ਲੱਗ ਗਏ। ਹਰ ਇੱਕ ਬੰਦਾ ਅੰਦਰੋਂ ਚਾਹੁੰਦਾ ਕਿ ਸਾਡਾ ਜਿਹੜਾ ਪਰਮਾਤਮਾ ਨਾਲ ਮਿਲਾਪ ਹੋਵੇ, ਸਾਨੂੰ ਠੰਡ ਮਿਲੇ। ਇਹ ਲੋਕ ਇਹਨਾਂ ਕੋ ਕੇ ਚਰਨਾਮਤ ਲੈਣ ਲੱਗ ਗਏ, ਜਿਹਨੂੰ ਆਪਾਂ ਕਹਿੰਦੇ ਨਾਮ ਲੈਣ ਲੱਗ ਗਏ। ਇਵੇਂ ਉੱਥੇ ਦੇ ਜਿਹੜੇ ਪੰਡਤ ਬ੍ਰਾਹਮਣ ਸੀਗੇ, ਉਹਨਾਂ ਨੇ ਬੜਾ ਇਤਰਾਜ਼ ਕੀਤਾ। ਉਹ ਫਿਰ ਕਾਂਸ਼ੀ ਦੇ ਰਾਜੇ ਦੇ ਕੋਲ ਗਏ। ਉਹਨਾਂ ਨੇ ਕਿਹਾ ਵੀ ਇਹ ਤਾਂ ਆਪਣੇ ਸਾਰਾ, ਉਹਨਾਂ ਨੇ ਧਾਰਮਿਕ ਗ੍ਰੰਥਾਂ ਦਾ ਹਵਾਲਾ ਦੇ ਕੇ ਕਿਹਾ ਰਾਜੇ ਨੂੰ ਵੀ ਆਹ ਦੇਖੋ, ਇਹ ਤਾਂ ਸਾਰਾ ਉਲਟਾ ਹੀ ਕੰਮ ਕਰਨ ਲੱਗ ਗਏ। ਇਹ ਇਨਾਮ ਦੇਣ ਦਾ ਅਧਿਕਾਰ ਤਾਂ ਸਾਨੂੰ ਹੈ, ਵੇਦ ਪੜ੍ਹਨ ਪੜ੍ਹਾਉਣ ਦਾ ਸਾਨੂੰ ਅਧਿਕਾਰ ਆ। ਇਹ ਸ਼ੁੱਦਰ ਜਾਤੀ ਦੇ ਤਾਂ ਨਾਮ ਹੀ ਨਹੀਂ ਨੀਵੀਂ ਜਾਤੀ ਵਾਲੇ ਜਪ ਸਕਦੇ, ਤੇ ਇਹ ਤਾਂ ਸਾਰੇ ਸਾਡੇ ਧਾਰਮਿਕ ਗ੍ਰੰਥਾਂ ਦੇ ਉਲਟ ਜਾ ਰਹੇ ਨੇ। ਔਰ ਸਾਡੇ ਹੀ ਲੋਕ ਜਿਹੜੇ ਉੱਚੀਆਂ ਜਾਤਾਂ ਵਾਲੇ ਨੇ, ਉਹ ਵੀ ਇਹਦੇ ਜਾ ਕੇ ਨਾਮ ਲੈਣ ਲੱਗ ਗਏ ਨੇ। ਤੋ ਰਾਜੇ ਨੇ ਭਗਤ ਜੀ ਨੂੰ ਵੀ ਬੁਲਾਇਆ, ਪੰਡਤਾਂ ਨੂੰ ਵੀ ਬਿਠਾਇਆ। ਰਾਜਾ ਨੇਕ ਸੀ, ਉਹਨੇ ਕਿਹਾ ਵੀ ਮੈਂ ਤਾਂ ਇੱਕ ਆਮ ਜਿਹਾ ਆ, ਮੈਨੂੰ ਰਾਜ ਭਾਗ ਪ੍ਰਮਾਤਮਾ ਨੇ ਦੇ ਦਿੱਤਾ, ਮੈਂ ਉਹ ਕਰ ਰਿਹਾ ਆ। ਮੈਂ ਨਹੀਂ ਚਾਹੁੰਦਾ ਕਿ ਮੇਰੇ ਕੋਲ ਕੋਈ ਗਲਤ ਫੈਸਲਾ ਲਿਆ ਜਾਵੇ। ਸੋ ਆਪਣੇ ਮੰਤਰੀ ਮੰਡਲ ਦੇ ਨਾਲ ਸਲਾਹ ਕਰਕੇ ਰਾਜਾ ਇਹੀ ਕਹਿੰਦਾ ਆ ਕਿ ਤੁਸੀਂ ਸਾਬਤ ਕਰੋ ਕਿ ਜਿਹੜਾ ਪਰਮਾਤਮਾ ਕਿਹਦੇ ਹਿਰਦੇ ਵਿੱਚ ਹੈ। ਜਿਹੜਾ ਸਾਬਤ ਕਰ ਦੂਗਾ ਉਹ ਜਿੱਤੂਗਾ, ਦੂਸਰਾ ਹਾਰ ਜਾਊਗਾ ਦੋਨਾਂ ਧਿਰਾਂ ਦੇ ਵਿੱਚੋਂ।
ਔਰ ਹਾਰੀ ਹੋਈ ਧਿਰ ਜਿਹੜਾ ਜਿੱਤਿਆ ਆ ਨਾ, ਉਹਨੂੰ ਸੋਨੇ ਦੀ ਪਾਲਕੀ ਵਿੱਚ ਬਿਠਾ ਕੇ ਆਪਣੇ ਕੰਧਿਆਂ ਦੇ ਉੱਤੇ ਉਹ ਪਾਲਕੀ ਰੱਖ ਕੇ ਤਾਂ ਨਗਰ ਦਾ ਕੇ ਗੇੜਾ ਦੇਣਾ ਪਵੇਗਾ। ਪੰਡਿਤ ਮੰਨ ਗਏ, ਉਹ ਕਹਿੰਦੇ ਵੀ ਇਹ ਨੀਵੀਂ ਜਾਤੀ ਵਾਲਾ ਗਰੀਬ ਜਿਹਾ, ਇਹ ਤੋਂ ਕਿੱਥੋਂ ਰੱਬ ਨੇ ਪ੍ਰਸੰਨ ਹੋਣਾ, ਵੀ ਵੇਦਾਂ ਪੜ੍ਹਨ ਪੜ੍ਹਾਉਣ ਦਾ ਅਧਿਕਾਰ ਤਾਂ ਸਾਨੂੰ ਆ, ਅਸੀਂ ਮੰਤਰ ਉਚਾਰਨ ਕਰਾਂਗੇ, ਆਹ ਸਾਡੀਆਂ ਜਿਹੜੀਆਂ ਮੂਰਤੀਆਂ ਇਹ ਬੋਲਣ ਲੱਗ ਜਾਣਗੀਆਂ, ਇਹਦੇ ਚ ਚੇਤਨਤਾ ਆ ਜਾਏਗੀ। ਤੇ ਉਹਨਾਂ ਨੇ ਇਹ ਦਾਅਵਾ ਕੀਤਾ। ਸੋ ਪੰਡਤਾਂ ਦੀ ਪਹਿਲਾਂ ਵਾਰੀ ਆਈ, ਉਹਨਾਂ ਨੇ ਉਹ ਬੜੇ ਮੰਤਰ ਉਚਾਰੇ, ਬਹੁਤ ਆਪਣੇ ਵੱਲੋਂ ਸਭ ਕੁਝ ਜੋ ਕਰਨਾ ਚਾਹੀਦਾ ਸੀ ਉਹਨਾਂ ਨੇ ਕੀਤਾ, ਮੰਤਰ ਤੰਤਰ ਜੋ ਵੀ ਕਰਨਾ ਸੀ, ਲੇਕਿਨ ਮੂਰਤੀਆਂ ਚ ਚੇਤਨਤਾ ਨਹੀਂ ਆਈ। ਸੋ ਹੁਣ ਭਗਤ ਜੀ ਦੀ ਵਾਰੀ ਹੈ, ਭਗਤ ਰਵਿਦਾਸ ਜੀ ਦੀ। ਇਹ ਬਾਹਰਲੀ ਕੋਈ ਮੂਰਤੀ ਨਹੀਂ, ਇਹ ਅੰਤਰਾਤਮਾ ਹੈ। परमात्मा की बंदगी में इतना लीन हो गए कि सगल भवन के नायका एक खिंदरस दिखाई दी। तो देखदਿਆਂ ਇਹਨਾਂ ਦੀ ਪ੍ਰੇਮ ਦੀ ਪੁਕਾਰ, ਇਹਨਾਂ ਦੀ ਅਵਸਥਾ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਸੋ ਸਾਰਿਆਂ ਨੂੰ ਭਗਤ ਜੀ ਦੇ ਵਿੱਚ ਹੀ ਸਾਖਾਤ ਠਾਕੁਰ ਜੀ ਦੇ ਪਰਮਾਤਮਾ ਦੇ ਦਰਸ਼ਨ ਹੋਏ, ਰਾਜੇ ਨੂੰ ਵੀ ਤੇ ਪੰਡਤਾਂ ਬ੍ਰਾਹਮਣਾਂ ਨੂੰ ਵੀ। ਸੋ ਉਹਨਾਂ ਨੇ ਫਿਰ ਆਪਣੀ ਹਾਰ ਮੰਨੀ, ਫਿਰ ਭਗਤ ਜੀ ਨੂੰ ਸੋਨੇ ਦੀ ਪਾਲਕੀ ਵਿੱਚ ਬਿਠਾ ਕੇ ਭਗਤ ਰਵਿਦਾਸ ਜੀ ਨੂੰ ਉੱਥੇ ਨਗਰ ਦੀ ਜਿਹੜੀ ਗੇੜੀ ਦਿੱਤੀ, ਬ੍ਰਾਹਮਣਾਂ ਨੇ ਫਿਰ ਉਹਨੂੰ ਕੰਧਾ ਲਗਾਇਆ ਉਸ ਪਾਲਕੀ ਨੂੰ, ਕਿਉਂਕਿ ਉਹ ਹਾਰ ਗਏ ਸਨ। ਸਾਰੇ ਨਹੀਂ ਮੰਨਦੇ ਹੁੰਦੇ, ਪਰ ਬੜੇ ਨੇ ਸਤਿਕਾਰ ਨਾਲ ਮੰਨਿਆ, ਬਈ ਵਿੱਚੋਂ ਕੀ ਸੀ, ਮੰਨਣਾ ਪੈਣਾ ਸੀ ਕਿਉਂਕਿ ਅਸੀਂ ਹਾਰ ਗਏ ਹਾਂ। ਸੋ ਭਗਤ ਰਵਿਦਾਸ ਜੀ ਜਿਹੜੇ ਨੇ ਉਹ ਉਹਦੇ ਵਿੱਚ ਵੀ ਪਰਮਾਤਮਾ ਦੀ ਉਸਤਤੀ ਕਰ ਰਹੇ ਨੇ। ਕਹਿੰਦੇ ਜਿਹੜੇ ਅੱਜ ਸੋਨੇ ਦੀ ਪਾਲਕੀ ਚ ਬਿਠਾ ਕੇ ਪੰਡਤ ਬ੍ਰਾਹਮਣ ਕੰਧਿਆਂ ਤੇ ਚੱਕ ਕੇ ਫਿਰ ਰਹੇ ਨੇ, ਉਹ ਕਹਿੰਦੇ ਨੇ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੋਸਾਈਆਂ ਮੇਰਾ ਮਾਥੇ ਛਤਰ ਚਲੇ। ਅੱਜ ਮੱਥੇ ਦੇ ਉੱਤੇ ਜਿਹੜੇ ਕਹਿੰਦੇ ਸਿਰ ਦੇ ਉੱਤੇ ਸੀ ਛਤਰ ਝੁਲਦੇ ਪਏ ਨੇ ਨਾ, ਇਹ ਪਰਮਾਤਮਾ, ਇਹ ਤੇਰੀ ਕਿਰਪਾ ਆ, ਤੇਰੇ ਤੋਂ ਬਿਨਾਂ ਕੋਈ ਨਹੀਂ ਇਸ ਤਰ੍ਹਾਂ ਕਰ ਸਕਦਾ। ਜਾਂ ਕਿ ਸ਼ੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਟਰੇ। ਕਹਿੰਦੇ ਸਾਡੇ ਤਾਂ ਪਰਛਾਵੇਂ ਤੋਂ ਵੀ ਜਿਹੜਾ ਸੰਸਾਰ ਆ, ਸਮਾਜ ਆ, ਦੂਰ ਭੱਜਦਾ ਸੀਗਾ, ਤੇ ਉਹਦੇ ਉੱਤੇ ਤੂੰ ਕਿੱਦਾਂ ਦੀ ਕਿਰਪਾ ਕਰ ਦਿੱਤੀ। ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਕਹਿੰਦੇ ਨੀਚਿਆਂ ਨੂੰ ਉੱਚਾ ਕਰਕੇ ਰੱਖ ਦਿੰਦਾ ਗੋਬਿੰਦ, ਕਿਸੇ ਤੋਂ ਨਹੀਂ ਡਰਦਾ। ਹੋਰ ਕਹਿੰਦੇ ਕਿਹਨਾਂ ਕਿਹਨਾਂ ਤੇ ਕਿਰਪਾ ਹੋਈ, ਇਕੱਲੇ ਮੇਰੇ ਤੇ ਨਹੀਂ ਕਿਰਪਾ ਹੋਈ। ਨਾਮਦੇਵ ਕਬੀਰ ਤਲੋਚਨ ਸਦਨਾ ਸੈਨ ਧਰੇ, ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜੋਤ ਸਭੇ ਸਰੇ। ਕਹਿੰਦੇ ਉਹਨਾਂ ਤੇ ਵੀ ਕਿਰਪਾ ਕੀਤੀ ਪਰਮਾਤਮਾ ਨੇ। ਇਹ ਉਹਨਾਂ ਦਾ ਨਾਮ ਲਿਆ ਜਿਨ੍ਹਾਂ ਨੂੰ ਲੋਕ ਨੀਵੀਂ ਜਾਤੀ ਵਾਲੇ ਕਹਿੰਦੇ ਸਨ, ਤੇ ਉਹਨਾਂ ਨੂੰ ਪਰਮਾਤਮਾ ਨੇ ਨੀਚੋਂ ਉੱਚੇ ਕਰਕੇ ਰੱਖ ਦਿੱਤਾ ਔਰ ਮੈਨੂੰ ਵੀ ਕਰ ਦਿੱਤਾ। ਐਸੀ ਲਾਲ ਤੁਝ ਬਿਨ ਕੌਣ ਕਰੇ। ਤੋ ਸੰਗਤ ਜੀ, ਇੱਥੋਂ ਸਾਡੇ ਸਾਰਿਆਂ ਦੇ ਲਈ ਇੱਕ ਉਪਦੇਸ਼ ਆ ਕਿ ਪਰਮਾਤਮਾ ਦੀ ਬੰਦਗੀ ਵਿੱਚ ਕਿੰਨੀ ਸ਼ਕਤੀ ਹੈ, ਕਿੰਨੀ ਜ਼ਿਆਦਾ ਸ਼ਕਤੀ ਆ ਪਰਮਾਤਮਾ ਦੀ ਬੰਦਗੀ ਵਿੱਚ। ਜਿਹੜੇ ਆਪਣੇ ਆਪ ਨੂੰ ਉੱਚੀਆਂ ਜਾਤਾਂ ਦੇ ਕਹਾਉਂਦੇ ਸਨ, ਉਹਨਾਂ ਨੂੰ ਪਰਮਾਤਮਾ ਨੇ ਉਹਨਾਂ ਦੇ ਹੰਕਾਰ ਨੂੰ ਜਿਹੜਾ ਹੈ ਭਗਤ ਜੀ ਦੇ ਸਾਹਮਣੇ ਨੀਵਾਂ ਕਰਕੇ ਦਿਖਾਇਆ, ਔਰ ਭਗਤ ਜੀ ਨੂੰ ਇੰਨੀਆਂ ਵਡਿਆਈਆਂ ਦਿੱਤੀਆਂ ਜਿਹੜੇ ਪਰਮਾਤਮਾ ਵਿੱਚ ਅਭੇਦ ਨੇ, ਭਗਤ ਰਵਿਦਾਸ ਜੀ। ਸੋ ਭਗਤ ਜੀ ਦੀ ਇਹ ਜਿਹੜੀ ਖੁਸ਼ਬੂ ਆ ਨਾ, ਚਾਰੋਂ ਦਿਸ਼ਾਵਾਂ 'ਚ ਫੈਲ ਗਈ, ਹਰ ਪਾਸੇ ਫੈਲ ਗਈ। ਸੋ ਚਿਤੌੜ ਦੀ ਰਾਣੀ ਜਿਹੜੀ ਹੈ ਝਾਲੀ ਬਾਈ, ਉਹ ਵੀ ਪਰਮਾਤਮਾ ਦੀ ਬੰਦਗੀ ਕਰਨ ਵਾਲੀ ਰੂਹ ਹੈ, ਰਾਜਪੁਤਾਣੀ ਹੈ, ਬੜੀ ਬੰਦਗੀ ਵਾਲੀ ਰੂਹ ਹੈ। ਤੇ ਉਹਦੇ ਮਨ ਵਿੱਚ ਵੀ ਆਇਆ ਕਿ ਮੈਂ ਵੀ ਭਗਤ ਜੀ ਦੇ ਦਰਸ਼ਨ ਕਰਾਂ। ਉਹ ਤੀਰਥ ਯਾਤਰਾ ਤੇ ਆਈ, ਕਿਉਂਕਿ ਇੱਧਰ ਹੀ ਗੰਗਾ ਕਿਨਾਰੇ ਸਾਰੇ ਬਨਾਰਸ ਵੱਲ ਇੱਧਰ ਹੀ ਆਉਂਦੇ ਨੇ ਜ਼ਿਆਦਾ ਤੀਰਥਾਂ ਤੇ ਉੱਥੇ ਭਗਤ ਜੀ ਰਹੇ ਹੀ, ਉੱਥੇ ਕਾਂਚੀ ਦੇ ਵਿੱਚ ਰਹੇ ਨੇ, ਬਨਾਰਸ ਦੇ ਵਿੱਚ। ਤੇ ਉਹ ਆਪਣੇ ਉਹਦੇ ਨਾਲ ਅਹਿਲਕਾਰ ਨਾਲ ਨੇ, ਉਹਦੇ ਜਿਹੜੇ ਰੱਖਿਅਕ ਨੇ। ਤੇ ਉਹਦੇ ਮਨ ਵਿੱਚ ਆ ਕਿ ਮੈਂ ਵੀ ਭਗਤ ਜੀ ਦੇ ਦਰਸ਼ਨ ਕਰਾਂ, ਜਿਨ੍ਹਾਂ ਦੀ ਇੰਨੀ ਖੁਸ਼ਬੂ ਸਾਰੇ ਪਾਸੇ ਫੈਲੀ ਹੋਈ ਆ। ਉਹ ਭਗਤ ਜੀ ਦੇ ਹਾਲੇ ਪਾਸ ਨਹੀਂ ਪਹੁੰਚੀ, ਪਰ ਉਹ ਜਦੋਂ ਪਹੁੰਚੀ ਹੈ ਤੇ ਉਹ ਕੀ ਦੇਖਦੀ ਆ ਕਿ ਬੜੀ ਪਰਮਾਤਮਾ ਦੇ ਪ੍ਰੇਮ ਵਿੱਚ ਭਿੱਜ ਕੇ ਹਰੀ ਜਸ ਗਾਇਨ ਕਰ ਰਹੇ ਨੇ। ਉੱਥੇ ਗਾ ਰਹੇ ਨੇ ਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੇ, ਤੁਮ ਸਿਓ ਜੋਰ ਅਵਰ ਸੰਗ ਤੋਰੇ। ਤੋਂ ਅਸੀਂ ਵੀ ਸਮਝੀਏ ਵੀ ਸੱਚੀ ਪ੍ਰੀਤ ਪਰਮਾਤਮਾ ਨਾਲ ਜਦੋਂ ਜੁੜਦੀ ਆ ਨਾ, ਬਾਕੀ ਪਾਸਿਓਂ ਫਿਰ ਡਿਟੈਚਮੈਂਟ ਹੋ ਜਾਂਦੀ ਹੈ। ਰਹਿੰਦਾ ਬੰਦਾ ਸੰਸਾਰ 'ਚ ਹੀ ਹੈ, ਲੇਕਿਨ ਅਸੀਂ ਤਾਂ ਨਾਮ ਜਪਦੇ ਹਾਂ ਵੀ ਸੰਸਾਰ 'ਚ ਫਸੇ ਪਏ ਹਾਂ। ਸੰਗਤ ਜੀ, ਸਾਡੀ ਇਹ ਅਵਸਥਾ ਹੈ। ਲੇਕਿਨ ਉਹ ਕਹਿੰਦੇ ਤੁਮ ਸਿਓ ਜੋਰ ਅਵਰ ਸੰਗ ਤੋਰੇ, ਹੋਰ ਪਾਸੇ ਟੁੱਟ ਗਏ, ਹੁਣ ਤੇਰੇ ਨਾਲ ਜੁੜ ਗਏ। ਕਿਹੋ ਜਿਹੀ ਪ੍ਰੀਤ ਆ, ਜੋ ਤੁਮ ਗਿਰਵਰ ਤੋ ਹਮ ਮੋਰਾ। ਇਹ ਪਰਮਾਤਮਾ, ਜੇ ਤੂੰ ਪਰਬਤ ਹੋਵੇਂ ਤਾਂ ਅਸੀਂ ਮੋਰ ਬਣ ਕੇ ਉੱਤੇ ਪਹਿਲਾਂ ਹੀ ਪਾਈਏ। ਮਤਲਬ ਕਿੰਨਾ ਪ੍ਰੇਮ ਆ, ਦੇਖੋ ਕਿ ਕਿੰਨੇ ਅੰਦਰਲੀ ਇੱਕ ਪ੍ਰੇਮ ਦੀ ਇੱਕ ਬਿਊਟੀ ਹੈ, ਇੱਕ ਸੁੰਦਰਤਾ ਹੈ, ਇੱਕ ਭਾਵ ਆ। ਕਹਿੰਦੇ ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭੈ ਹੈ ਚਕੋਰਾ। ਇਹ ਪਰਮਾਤਮਾ, ਜੇ ਤੂੰ ਚੰਦਰਮਾ ਹੋਵੇਂ, ਅਸੀਂ ਚਕੋਰ ਬਣ ਕੇ ਟਿਕ ਟਿਕ ਲਗਾ ਕੇ ਤੈਨੂੰ ਹੀ ਦੇਖਦੇ ਰਹੀਏ, ਤੈਨੂੰ ਦੇਖਦੇ ਰਹੀਏ।
ਕਿਉਂਕਿ ਇਹ ਚਕੋਰ ਜਿਹੜੀ ਆ ਨਾ, ਇਹਦਾ ਚੰਦਰਮਾ ਦੇ ਨਾਲ ਇਤਨਾ ਪ੍ਰੇਮ ਆ ਸੰਗਤ ਜੀ, ਇਤਨਾ ਪ੍ਰੇਮ ਆ। ਸਾਰੀਆਂ ਬੰਦਗੀ ਵਾਲੀਆਂ ਰੂਹਾਂ ਨਾ ਚਕੋਰ ਦੀ ਜਿਹੜੀਆਂ ਮਿਸਾਲ ਲੈਂਦੀਆਂ ਨੇ, ਐਗਜ਼ਾਮਪਲਸ ਲੈਂਦੀਆਂ ਨੇ ਵੀ ਚਕੋਰ ਦਾ ਇਤਨਾ ਪ੍ਰੇਮ ਆ। ਚੰਦਰਮਾ ਚੜ੍ਹਦਾ ਆ, ਉਹ ਦਿਸ਼ਾ ਆਪਣੀ ਬਦਲਦਾ ਆ, ਬਸ ਉਹ ਜਿਹੜੀ ਚਕੋਰ ਆ ਟਿਕ-ਟਿਕੀ ਲਗਾ ਕੇ ਚੰਦਰਮਾ ਉੱਪਰ ਨੂੰ ਜਾਂਦਾ, ਏਦਾਂ ਹੀ ਬਸ ਉਹ ਏਦਾਂ ਹੀ ਦੇਖਦਾ ਰਹਿੰਦਾ। ਇੰਨਾ ਉਹਦਾ ਪ੍ਰੇਮ ਆ, ਉਹ ਇੱਧਰ-ਉੱਧਰ ਗਰਦਨ ਨਹੀਂ ਆਪਣੀ ਕਰਦਾ ਹੈਗਾ। ਤੋ ਜਿਹੜੇ ਸ਼ਿਕਾਰੀ ਲੋਕ ਨੇ, ਇਹਨਾਂ ਨੇ ਜਦੋਂ ਚਕੋਰ ਨੂੰ ਪਕੜਨਾ ਹੁੰਦਾ, ਇਹ ਕੀ ਕਰਦੇ ਨੇ ਫਿਰ, ਇਹ ਫਿਰ ਅੱਗ ਦਾ ਅੰਗਿਆਰ, ਉਹਦੀ ਲਾਈਟ ਜਗਾਉਂਦੇ ਨੇ, ਤੇ ਉਹਨੂੰ ਲੱਗਦਾ ਚਕੋਰ ਨੂੰ ਵੀ ਇਹ ਚੰਦਰਮਾ ਦੀ ਲਾਈਟ ਆ। ਸੋ ਉਹਦੇ ਸਿਰ ਦੇ ਉੱਤੇ ਨੂੰ ਐਂ ਉੱਪਰ ਨੂੰ ਲੈ ਜਾਂਦੇ, ਉੱਪਰ ਨੂੰ ਦੇਖਦਿਆਂ-ਦੇਖਦਿਆਂ ਉਹ ਵਿਚਾਰੇ ਪਿੱਛੇ ਜਿਹੜਾ ਚਕੋਰ ਡਿੱਗ ਜਾਂਦਾ, ਔਰ ਫਿਰ ਉਹ ਅੱਗ ਦੇ ਅੰਗਿਆਰਾਂ ਨੂੰ ਮੂੰਹ ਵਿੱਚ ਵੀ ਪਾ ਲੈਂਦਾ, ਮੂੰਹ ਉਹਦਾ ਜਲ ਜਾਂਦਾ, ਲੇਕਿਨ ਪ੍ਰੇਮ ਇਤਨਾ। ਸੋ ਇਹ ਕਹਿੰਦੇ ਨੇ, ਇਹ ਪਰਮਾਤਮਾ ਜੇ ਤੂੰ ਚੰਦਰਮਾ ਹੋਵੇ ਤਾਂ ਚਕੋਰ ਵਾਂਗੂ ਟਿਕਟਿਕੀ ਲਗਾ ਕੇ ਤੇਰੇ ਵਿੱਚ ਹੀ ਅਸੀਂ ਮਰਜ ਹੋ ਜਾਈਏ। ਜੋ ਤੁਮ ਦੀਵਰਾ ਤੋਂ ਹਮ ਬਾਤੀ। ਇਹ ਪਰਮਾਤਮਾ ਜੇ ਤੂੰ ਦੀਵਾ ਹੋਵੇ ਤਾਂ ਅਸੀਂ ਬੱਤੀ ਬਣ ਜਾਈਏ। ਤੇ ਦੀਵੇ ਤੇ ਬੱਤੀ ਦਾ ਕਿੰਨਾ ਗਹਿਰਾ ਕਨੈਕਸ਼ਨ ਹੈ। ਬੱਤੀ ਤੋਂ ਬਿਨਾਂ ਕਾਹਦਾ ਦੀਵਾ। ਜੋ ਤੁਮ ਤੀਰਥ ਤੋਂ ਹਮ ਜਾਤੀ। ਜੇ ਤੂੰ ਤੀਰਥ ਹੋਵੇਂ ਅਸੀਂ ਯਾਤਰੀ ਬਣ ਕੇ ਤੇਰੀ ਯਾਤਰਾ ਕਰਦੇ ਰਹੀਏ। ਉਹਨੇ ਦੇਖਿਆ ਵੀ ਐਡੀ ਪ੍ਰੇਮ ਦੀ ਅਵਸਥਾ ਰਾਣੀ ਝਾਲੀ ਬਾਈ ਨੇ, ਇਤਨਾ ਪ੍ਰੇਮ। ਉਹ ਤਾਂ ਫਿਰ ਉਹਨੇ ਕਿਹਾ ਵੀ ਇਹ ਪਰਮਾਤਮਾ ਨਾਲ ਤਾਂ ਮੈਨੂੰ ਇਹੀ ਮਿਲਾ ਸਕਦੇ ਨੇ। ਆਈ ਤਾਂ ਉਹ ਤੀਰਥ ਯਾਤਰਾ ਕਰਨ ਸੀ, ਸਿਰਫ ਦਰਸ਼ਨ ਕਰਨ ਆਈ ਸੀ, ਪਰ ਫਿਰ ਉੱਥੇ ਉਹਨੇ ਚਰਨਾਮ੍ਰਿਤ ਲਿਆ ਭਗਤ ਰਵਿਦਾਸ ਜੀ ਦੇ ਕੋਲੋਂ, ਆਪਣੇ ਗੁਰੂ ਧਾਰਨ ਕੀਤੇ, ਆਪ ਸ਼ਿਸ਼ ਬਣੀ, ਬੜੀ ਖੁਸ਼ ਹੈ, ਆਪਣੇ ਮਹਿਲਾਂ 'ਚ ਗਈ। ਸੋ ਉੱਥੇ ਹੁਣ ਉਸੇ ਤਰ੍ਹਾਂ ਬੰਦਗੀ ਕਰ ਰਹੀ ਹੈ, ਬੜੀ ਆਨੰਦ ਦੀ ਅਵਸਥਾ ਵਿੱਚ ਆ। ਰਾਜੇ ਨੇ ਕੋਈ ਇਤਰਾਜ਼ ਨਹੀਂ ਕੀਤਾ, ਉਹਨੇ ਬੜਾ ਸਤਿਕਾਰ ਕੀਤਾ, ਕਿਉਂਕਿ ਰਾਜਾ ਜਾਣਦਾ ਸੀ ਕਿ ਮੇਰੀ ਜਿਹੜੀ ਪਤਨੀ ਆ, ਰਾਣੀ ਆ, ਇਹ ਸੱਚੇ ਮਨੋਂ ਪਰਮਾਤਮਾ ਦੀ ਬੰਦਗੀ ਕਰਨ ਵਾਲੀ ਆ, ਤੇ ਇਹ ਕੁਛ ਵੀ ਇਹਨੇ ਗਲਤ ਨਹੀਂ ਕੀਤਾ। ਲੇਕਿਨ ਉੱਥੇ ਵੀ ਰੌਲਾ ਪੈ ਗਿਆ। ਉਹ ਪੰਡਤਾਂ ਬ੍ਰਾਹਮਣਾਂ ਨੇ ਕਿਹਾ ਰਾਜੇ ਨੂੰ ਆ ਕੇ ਵੀ ਇਹ ਤਾਂ ਜੇ ਰਾਜ ਮਹਿਲਾਂ 'ਚ ਉਲਟੇ ਕੰਮ ਹੋਣ ਲੱਗ ਜਾਣ, ਉੱਚੀਆਂ ਜਾਤੀਆਂ ਵਾਲੇ ਨੀਵੀਆਂ ਜਾਤੀਆਂ ਨੂੰ ਗੁਰੂ ਬਣਾਉਣ ਲੱਗ ਜਾਣ, ਇਹ ਤਾਂ ਇੱਥੇ ਨੁਕਸਾਨ ਹੋ ਜਾਊਗਾ, ਤੇਰਾ ਰਾਜ ਭਾਗ ਚਲੇ ਜਾ। ਬੜਾ ਡਰਾਇਆ ਰਾਜੇ ਨੂੰ। ਸੋ ਹੁਣ ਰਾਜਾ ਰਾਣੀ ਦੀ ਅਵਸਥਾ ਨੂੰ ਜਾਣ ਰਿਹਾ, ਨਾ ਰਾਣੀ ਨੂੰ ਕੁਛ ਕਹਿ ਸਕਦਾ, ਨਾ ਪੰਡਤਾਂ ਬ੍ਰਾਹਮਣਾਂ ਨੂੰ ਕੁਛ ਕਹਿ ਸਕਦਾ, ਉਹ ਪੂਜਣਯੋਗ ਨੇ ਰਾਜੇ ਨੇ। ਸੋ ਰਾਣੀ ਨੇ ਰਾਜੇ ਨੂੰ ਕਿਹਾ ਵੀ ਇਹਨਾਂ ਨੂੰ ਇਹ ਖਤਰਾ ਆ, ਸਾਡੀ ਦਕਸ਼ਨਾ ਮਰ ਜੂਗੀ ਜਿਹੜੀ ਸੀ, ਤੂੰ ਵੱਡਾ ਯੱਗ ਰੱਖ, ਇਹਨਾਂ ਸਾਰਿਆਂ ਨੂੰ ਇਨਵਾਈਟ ਕਰ, ਤੇ ਇਹਨਾਂ ਨੂੰ ਖੁੱਲ ਕੇ ਅਸੀਂ ਦਾਨ ਦਿੰਨੇ ਆ, ਸਭ ਸ਼ਾਂਤ ਹੋ ਜਾਣੇ ਨੇ। ਸੋ ਇਸੇ ਤਰ੍ਹਾਂ ਹੀ ਕੀਤਾ। ਲੇਕਿਨ ਰਾਣੀ ਨੇ ਰਾਜੇ ਨੂੰ ਕਿਹਾ ਕਿ ਮੈਂ ਭਗਤ ਰਵਿਦਾਸ ਜੀ ਨੂੰ ਜ਼ਰੂਰ ਬੁਲਾਣਾ ਆ। ਤੋ ਆਪਣਾ ਅਹਿਲਕਾਰ ਭੇਜਿਆ, ਕਾਸ਼ੀ ਭੇਜਿਆ ਗਿਆ, ਤੇ ਭਗਤ ਰਵਿਦਾਸ ਜੀ ਨੇ ਬੜਾ ਕਿਹਾ ਵੀ ਅਸੀਂ ਨਹੀਂ ਜਾਂਦੇ, ਉਹ ਪੰਡਤਾਂ ਨੂੰ ਕਰ ਲੈਣ ਦਿਓ ਜੋ ਵੀ ਕਰਾਉਣਾ ਤੁਸੀਂ ਯੱਗ ਜਿਹੜਾ ਆ। ਪਰ ਨਹੀਂ, ਰਾਣੀ ਦੀ ਰਿਕੁਐਸਟ ਭੇਜੀ ਹੋਈ ਸੀ, ਤਾਂ ਉਹਨਾਂ ਨੇ ਅਹਿਲਕਾਰਾਂ ਨੇ ਕਿਹਾ ਤੁਹਾਨੂੰ ਬੜੇ ਪ੍ਰੇਮ ਸਹਿਤ, ਆਦਰ ਸਹਿਤ ਬੁਲਾਇਆ। ਤੋ ਉੱਥੇ ਯੱਗ ਚੱਲ ਰਿਹਾ ਤੇ ਸਾਰੇ ਬੈਠੇ ਨੇ ਪੰਡਤ ਬ੍ਰਾਹਮਣ, ਹੋ ਗਿਆ ਯੱਗ ਸੰਪੂਰਨ। ਤਾਂ ਉੱਥੇ ਜਦੋਂ ਹੁਣ ਲੰਗਰ ਪ੍ਰਸ਼ਾਦਾ ਛਕਾਉਣ ਲੱਗੇ ਨੇ, ਭਗਤ ਜੀ ਵੀ ਉੱਥੇ ਪਹੁੰਚ ਗਏ ਨੇ। ਰਾਣੀ ਨੇ ਬੜੇ ਸਤਿਕਾਰ ਨਾਲ, ਰਾਜੇ ਰਾਣੀ ਨੇ ਇਹਨਾਂ ਨੂੰ ਬਿਠਾਇਆ, ਤਾਂ ਪੰਡਤਾਂ ਨੇ ਉਸੇ ਵੇਲੇ ਜਿਹੜਾ ਇਤਰਾਜ਼ ਕਰ ਦਿੱਤਾ। ਉਹ ਕਹਿੰਦੇ ਅਸੀਂ ਸ਼ੂਦਰ ਦੇ ਨਾਲ ਬੈਠ ਕੇ, ਇਹ ਤਾਂ ਤੁਹਾਡਾ ਯੱਗ ਹੀ ਨਹੀਂ ਸਫਲਾ, ਬਹੁਤ ਕੁਛ ਕ੍ਰੋਧ ਵਿੱਚ ਆ ਗਏ। ਤਾਂ ਭਗਤ ਰਵਿਦਾਸ ਜੀ ਨੇ ਦੇਖਿਆ ਵੀ ਰਾਜੇ ਰਾਣੀ ਦਾ ਮਨ ਵੀ ਨਾ ਖਰਾਬ ਹੋਵੇ, ਇਹਨਾਂ ਨੇ ਇੰਨੀ ਭਾਵਨਾ ਨਾਲ ਯੱਗ ਕਰਾਇਆ। ਕਹਿੰਦੇ ਕੋਈ ਨਹੀਂ, ਮੈਂ ਉੱਠ ਕੇ ਇੱਥੋਂ ਚੱਲ ਜਾਣਾ ਆ। ਸੋ ਆਪ ਉਹ ਉੱਠ ਕੇ ਉੱਥੋਂ ਚਲੇ ਗਏ। ਤਾਂ ਹੁਣ ਪੰਡਿਤ ਖੁਸ਼ ਨੇ ਵੀ ਚਲੋ ਅਸੀਂ ਕੱਢ ਦਿੱਤਾ ਤੇ ਅਸੀਂ ਬੈਠ ਕੇ ਹੁਣ ਲੰਗਰ ਛਕੀਏ। ਤਾਂ ਉਹਨਾਂ ਨੂੰ ਜਦੋਂ ਰਾਜਾ ਰਾਣੀ ਸਾਰੇ ਲੰਗਰ ਛਕਾ ਰਹੇ ਨੇ, ਉਹ ਕੀ ਦੇਖਦੇ ਨੇ, ਕਹਿੰਦੇ ਨੇ 700 ਬ੍ਰਾਹਮਣ, ਇਤਿਹਾਸ ਵਿੱਚ ਆਉਂਦਾ ਜੇਕਰ 700 ਬ੍ਰਾਹਮਣਾਂ ਨੂੰ ਬੁਲਾਇਆ ਗਿਆ ਸੀ ਯੱਗ ਵਿੱਚ। ਉਹ ਇੱਕ ਬ੍ਰਾਹਮਣ ਆਪਣੇ ਨਾਲ ਦੇਖਦਾ ਕਿ ਮੇਰੇ ਨਾਲ ਤਾਂ ਭਗਤ ਰਵਿਦਾਸ ਜੀ ਬੈਠਾ। ਉਹ ਇੱਕ ਬ੍ਰਾਹਮਣ ਕਹਿੰਦਾ ਉਹ ਇਹ ਗਿਆ ਨਹੀਂ, ਇਹ ਤਾਂ ਮੇਰੇ ਨਾਲ ਬੈਠਾ। ਦੂਜਾ ਕਹਿੰਦਾ ਨਹੀਂ ਮੇਰੇ ਨਾਲ ਬੈਠਾ। ਤੀਜਾ ਕਹਿੰਦਾ ਮੇਰੇ ਨਾਲ ਬੈਠਾ। ਪਹਿਲਾਂ ਤਾਂ ਕ੍ਰੋਧ 'ਚ ਬੋਲਦੇ ਨੇ, ਲੇਕਿਨ ਜਦੋਂ ਸਾਰੇ ਕਹੀ ਜਾਂਦੇ ਮੇਰੇ ਨਾਲ ਵੀ ਬੈਠਾ, ਮੇਰੇ ਨਾਲ ਵੀ ਬੈਠਾ। ਤੋ ਜਿਹੜਾ ਇਹਨਾਂ ਦਾ ਹੈਡ ਪ੍ਰੀਸਟ ਸੀਗਾ, ਬ੍ਰਾਹਮਣਾਂ ਦਾ ਮੁਖੀ ਬ੍ਰਾਹਮਣ ਸੀਗਾ, ਉਹਨੇ ਫਿਰ ਸਾਰਿਆਂ ਨੂੰ ਕਿਹਾ ਉਹ ਤਾਂ ਫਿਰ ਪਰਮਾਤਮਾ ਦਾ ਰੂਪ ਆ ਜਿਹੜੇ ਇੰਨੇ ਰੂਪ ਧਾਰਨ ਕਰ ਸਕਦਾ ਆ। ਮਾਫੀ ਮੰਗੀ। ਸਾਰੇ ਪੰਡਤਾਂ ਨੇ, ਹੈਡ ਪ੍ਰੀਸਟ ਨੇ ਭਗਤ ਰਵਿਦਾਸ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਨਵਾਇਆ ਵੀ ਸਾਡੇ ਕੋਲ ਬਹੁਤ ਵੱਡੀ ਭੁੱਲ ਹੋਈ। ਅਸੀਂ ਤਾਂ ਸਿਰਫ ਵੇਦ ਪੜ੍ਹਦੇ ਪੜ੍ਹਾਉਂਦੇ ਹਾਂ, ਨਾਮ ਦੀਆਂ ਗੱਲਾਂ ਹੀ ਕਰਦੇ ਹਾਂ, ਮੰਤਰ ਉਚਾਰਨ ਕਰਦੇ ਹਾਂ, ਪਰ ਤੁਸੀਂ ਤਾਂ ਖੁਦ ਪਰਮਾਤਮਾ ਦਾ ਰੂਪ ਹੋ ਗਏ ਆ। ਸੋ ਭਗਤ ਜੀ ਦੀ ਜੈ ਜੈਕਾਰ ਹੋਈ ਉੱਥੇ ਵੀ, ਹਰ ਪਾਸੇ। ਇਹ ਹੋਣੀ ਹੈ ਸੰਗਤ ਜੀ, ਇਹ ਨਾਮ ਦੀਆਂ ਵਡਿਆਈਆਂ ਨੇ, ਨਾਮ ਦੀ ਮਹਿਮਾ ਆ। ਤੋ ਹੁਣ ਇਹ ਕੋਮਲ ਕਿੰਨੇ ਨੇ, ਇਤਨੇ ਕੋਮਲ ਨੇ। ਕੋਈ ਇਤਰਾਜ਼ ਕਰੀ ਜਾਂਦੇ ਨੇ, ਉੱਥੋਂ ਤੱਕ ਉੱਠ ਕੇ ਕਹਿੰਦੇ ਕੋਈ ਗੱਲ ਨਹੀਂ ਅਸੀਂ ਚੱਲ ਜਾਂਦੇ ਹਾਂ। ਰਾਣੀ ਨੂੰ ਕਹਿੰਦੇ ਤੁਸੀਂ ਇਹਨਾਂ ਨੂੰ ਪੰਡਤਾਂ ਨੂੰ ਖੁਸ਼ ਕਰੋ। ਲੇਕਿਨ ਇਹੋ ਜਿਹੇ ਅਗਰ ਬਾਬਾ ਕਬੀਰ ਜੀ ਸਾਹਮਣੇ ਹੁੰਦੇ,
ਉਹ ਫਿਰ ਸਿੱਧੀ ਤਾੜਨਾ ਕਰਦੇ ਨੇ। ਸੋ ਆਪਾਂ ਕਈ ਵਾਰ ਕਹਿੰਦੇ ਉਹ ਭਗਤ ਸਖਤ ਆ, ਇਹਦਾ ਮਤਲਬ ਉਹਦੀ ਭਗਤੀ 'ਚ ਕਮੀ ਨਹੀਂ। ਕਈ ਵਾਰ ਭਗਤ ਬਾਹਰੋਂ ਜਿਹੜਾ ਨਾ ਨਾਰੀਅਲ ਨਹੀਂ ਹੁੰਦਾ, ਬਾਹਰੋਂ ਸਖਤ ਹੁੰਦਾ ਲੇਕਿਨ ਅੰਦਰੋਂ ਕੋਮਲ ਹੁੰਦਾ ਹੈ। ਨਾਰੀਅਲ ਅੰਦਰ ਗਿਰੀ ਹੁੰਦੀ ਉਹਦੇ, ਬਾਹਰੋਂ ਸਖਤੀ ਵੀ ਦਿਖਾਉਂਦਾ। ਹੁਣ ਤੇ ਭਗਤ ਕਬੀਰ ਜੀ ਨੂੰ ਕੋਈ ਕਹਿ ਕੇ ਦੇਖੇ ਵੀ ਤੁਸੀਂ ਨੀਵੀਂ ਜਾਤੀ ਦੇ ਹੋ, ਭਗਤ ਰਵਿਦਾਸ ਜੀ ਨੂੰ ਕਹਿੰਦੇ ਰਹੇ, ਇਹਨਾਂ ਨੇ ਕੋਈ ਇਤਰਾਜ਼ ਨਹੀਂ ਕੀਤਾ। ਭਗਤ ਕਬੀਰ ਜੀ ਨੂੰ ਜਦੋਂ ਕਿਹਾ ਗਿਆ, ਉਹ ਕਹਿੰਦੇ ਬ੍ਰਾਹਮਣ ਨੂੰ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਨ ਬਾਟ ਕਹੇ ਨਹੀਂ ਆਇਆ। ਕਹਿੰਦੇ ਜੇ ਤੂੰ ਆਪਣੇ ਆਪ ਨੂੰ ਕਹਿਣਾ ਤੂੰ ਬ੍ਰਾਹਮਣ ਆ, ਬ੍ਰਾਹਮਣੀ ਦਾ ਜਾਇਆ ਹੋਇਆ, ਤੂੰ ਕਿਉਂ ਨਹੀਂ ਹੋਰ ਰਸਤੇ ਤੋਂ ਫਿਰ ਆ ਗਿਆ? ਤੂੰ ਵੀ ਉਸੇ ਤਰ੍ਹਾਂ ਮਾਂ ਦੇ ਵਿੱਚੋਂ ਆਇਆ ਜਿਵੇਂ ਅਸੀਂ ਆਏ ਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਤੂੰ ਕਹਿੰਦੇ ਆਪਣੇ ਆਪ ਨੂੰ ਬ੍ਰਾਹਮਣ ਖਾਨਾ, ਸਾਨੂੰ ਸ਼ੂਦਰ ਆਖਦਾ ਆ ਹੈ। ਅਸੀਂ ਲੋਹੇ ਦੇ ਬਣੇ ਹੋ ਆ, ਤੂੰ ਦੁੱਧ ਦਾ ਬਣਿਆ ਚੀਰ, ਦੋਨਾਂ ਚੋਂ ਇੱਕੋ ਜਿਹਾ ਖੂਨ ਨਿਕਲਣਾ। ਸੋ ਇੰਨੀ ਸਖਤ ਤਾੜਨਾ ਕਰਦੇ ਨੇ ਭਗਤ ਕਬੀਰ ਜੀ। ਉਹ ਕਹਿੰਦੇ ਤੁਸੀਂ ਤੁਹਾਡੀਆਂ ਗੱਲਾਂ ਨਹੀਂ ਅਸੀਂ ਸੁਣਨੀਆਂ। ਕਹੋ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਕਹਿੰਦੇ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਉਹਨੂੰ ਸਾਡੇ ਬ੍ਰਾਹਮਣ ਕਹਿੰਦੇ ਨੇ। ਤੁਸੀਂ ਆਪਣੇ ਆਪ ਨੂੰ ਬ੍ਰਾਹਮਣ ਖਾਂਦੇ ਹੋ, ਤੁਸੀਂ ਕੋਈ ਬ੍ਰਾਹਮਣ ਨਹੀਂ ਹੈਗੇ ਜਿਹੜੇ ਦੂਸਰੇ ਨੂੰ ਸ਼ੁੱਧਰ ਸ਼ੁੱਧਰ ਕਹਿ ਰਹੇ ਨੇ। ਸੋ ਸਖਤ ਨੇ, ਇਹ ਕੋਮਲ ਨੇ। ਇਹਦਾ ਪਰਮਾਤਮਾ ਦੇ ਨਾਲ ਵੀ ਬੜੀ ਕੋਮਲਤਾ ਦੇ ਨਾਲ ਗੱਲਾਂ ਕਰਦੇ ਨੇ ਭਗਤ ਰਵਿਦਾਸ ਜੀ। ਤੇ ਉਹ ਪਰਮਾਤਮਾ ਨੂੰ ਨਾਲ ਗੱਲਾਂ ਪਤਾ ਕਿਹੋ ਜਿਹੀਆਂ ਕਰਦੇ ਨੇ? ਕਦੀ ਕਹਿੰਦੇ ਨੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਹੈ ਕਹਿੰਦੇ ਪਰਮਾਤਮਾ ਤੇਰੇ ਤੇ ਮੇਰੇ ਵਿੱਚ ਹੁਣ ਕਾਹਦਾ ਅੰਤਰ ਆ? ਹੈ ਕਨਕ ਕਟਕ ਜਲ ਤਰੰਗ ਜੈਸਾ। ਕਹਿੰਦੇ ਨੇ ਜਿਵੇਂ ਸੋਨਾ ਔਰ ਉਹਦਾ ਗਹਿਣਾ ਉਹ ਇੱਕੋ ਹੀ ਹੁੰਦੇ ਨਾ। ਸੋਨੇ ਦਾ ਕੜਾ ਪਾਇਆ, ਆਪਾਂ ਕਹਿੰਦੇ ਦੇਖੋ ਕਿੰਨਾ ਸੋਨਾ ਪਾਏ ਆ, ਦੇਖੋ ਉਹਦੇ ਕੋਲ ਕਿੰਨਾ ਸੋਨਾ ਆ, ਦੇਖੋ ਤੋ ਕਹਿੰਦੇ ਜਿੱਦਾਂ ਉਹਦੇ 'ਚ ਨਹੀਂ ਕੋਈ ਫਰਕ, ਏਦਾਂ ਹੀ ਮੇਰੇ ਔਰ ਤੇਰੇ ਵਿੱਚ ਪਰਮਾਤਮਾ ਕੋਈ ਫਰਕ ਨਹੀਂ। ਮੈਂ ਤੇਰੀ ਇੱਕ ਲਹਿਰ ਆ ਔਰ ਤੂੰ ਇੱਕ ਸਾਗਰ ਸਮੁੰਦਰ ਆ। ਤੇ ਨਾਲ ਬੜੀ ਸੁੰਦਰ ਗੱਲ ਕਹਿੰਦੇ, ਜਲ ਤਰੰਗ ਜੈਸਾ ਕਹਿ ਕੇ ਫਿਰ ਕਹਿੰਦੇ ਨੇ ਇਹ ਪਰਮਾਤਮਾ ਬਹੁਤ ਹੀ ਪਿਆਰੀ ਬਚਨ ਆ। ਕਹਿੰਦੇ ਪਰਮਾਤਮਾ ਤੂੰ ਤੇਰਾ ਇਹ ਤਾਂ ਬਿਰਧ ਆ, ਤੂੰ ਜਗਤ ਨੂੰ ਪਾਲਦਾ ਆ, ਪੈਦਾ ਕਰਦਾ, ਪਾਲਦਾ ਆ, ਫਿਰ ਉਹਨੂੰ ਲੈ ਕਰ ਲੈਂਦਾ ਆ। ਤੇ ਤੂੰ ਤੇਰਾ ਇਹ ਬਿਰਧ ਆ, ਇਹ ਤਾਂ ਤੇਰੀਆਂ ਵਡਿਆਈਆਂ ਹੈ ਹੀ ਸ਼ੁਰੂ ਤੋਂ। ਪਰ ਇੱਕ ਤੇਰੀ ਵਡਿਆਈ ਸਾਡੇ ਕਰਕੇ ਹੋਈ ਹੈ। ਉਹ ਕੀ ਵਡਿਆਈ? ਕਹਿੰਦੇ ਜੋ ਪੈ ਹਮ ਪਾਪ ਕਰੰਤਾ ਅਹੇ ਅਨੰਤ। ਕਹਿੰਦੇ ਜੇ ਅਸੀਂ ਪਾਪ ਹੀ ਨਾ ਕਰਦੇ ਹੈਂ, ਤਾਂ ਤੈਨੂੰ ਪਤਿਤ ਪਾਵਨ ਕੌਣ ਕਹਿੰਦਾ? ਤੂੰ ਜੇ ਸਾਡੇ ਪਾਪ ਬਖਸ਼ਦਾ ਹੀ ਨਾ, ਸੋ ਅਸੀਂ ਪਾਪ ਕੀਤੇ, ਤੂੰ ਸਾਡੇ ਪਾਪ ਬਖਸ਼ੇ, ਤਾਂ ਹੀ ਤਾਂ ਤੈਨੂੰ ਜਿਹੜਾ ਬਖਸ਼ਣਹਾਰ, ਜਿਹੜਾ ਪਤਿਤ ਪਾਵਨ ਕਹਿ ਦਿੱਤਾ। ਜੋ ਪੈ ਹਮ ਪਾਪ ਕਰੰਤਾ ਅਹੇ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੰਤਾ। ਕਹਿੰਦੇ ਤੇ ਤੇਰਾ ਨਾਮ ਪਤਿਤ ਪਾਵਨ ਕਿਵੇਂ ਹੁੰਦਾ? ਦੇਖੋ ਪਰਮਾਤਮਾ ਨਾਲ ਕਿੰਨੀਆਂ ਪ੍ਰੇਮ ਦੀਆਂ ਗੱਲਾਂ ਕਰ ਰਹੇ ਨੇ, ਹੋਰ ਕਰ ਰਹੇ ਨੇ ਪਰਮਾਤਮਾ ਦੇ ਨਾਲ ਪ੍ਰੇਮ ਦੀ ਬਾਤ। ਕਹਿੰਦੇ ਨੇ ਪਰਮਾਤਮਾ ਤੂੰ ਮੋਹ ਦੀਆਂ ਜੰਜੀਰਾਂ ਵਿੱਚ ਸੰਸਾਰ ਨੂੰ ਬੰਨਿਆ ਹੋਇਆ। ਸਾਨੂੰ ਕਹਿੰਦੇ ਅਸੀਂ ਸਾਰੇ ਮੋਹ 'ਚ ਹੀ ਫਸੇ ਆ ਨਾ। ਕਹਿੰਦੇ ਤੂੰ ਮੋਹ ਦੇ ਵਿੱਚ ਸਾਨੂੰ ਬੰਨਿਆ ਹੋਇਆ, ਪਰ ਕਹਿੰਦੇ ਸਾਡੀ ਵੀ ਗੱਲ ਹੁਣ ਸੁਣ ਲਾ। ਸੋ ਦੁਨੀਆ ਨਾਲ ਨਹੀਂ ਕੋਈ ਵੀ ਕਰਦੇ ਹੋ, ਕੋਈ ਸ਼ੁੱਦਰ ਕਹੀ ਜਾਂਦਾ, ਕੋਈ ਨੀਵੀਂ ਜਾਤੀ ਕਹੀ ਜਾਂਦਾ, ਕੋਈ ਦੁਰਕਾਰ ਦਾ, ਉਹਨਾਂ ਨੂੰ ਚੁੱਪਚਾਪ ਸੁਣੀ ਜਾਂਦੇ ਨੇ। ਲੇਕਿਨ ਪਰਮਾਤਮਾ ਆਪਣਾ ਉਹਨਾਂ ਕਿੰਨੀਆਂ ਪ੍ਰੇਮ ਨਾਲ ਔਰ ਕਿੰਨੇ ਵੱਡੇ ਵੱਡੇ ਦਾਅਵੇ ਕਰਦੇ ਨੇ ਪਰਮਾਤਮਾ ਦੇ ਨਾਲ। ਕਹਿੰਦੇ ਨੇ ਜੋ ਹਮ ਬਾਂਧੇ ਮੋਹ ਪਾਸ ਹਮ ਪ੍ਰੇਮ ਬੰਧਨ ਤੁਮ ਬਾਂਧੇ। ਪਰਮਾਤਮਾ ਤੂੰ ਤਾਂ ਸਾਨੂੰ ਆਪਣੇ ਮੋਹ 'ਚ ਬੰਨ ਲਿਆ, ਕੋਈ ਗੱਲ ਨਹੀਂ, ਅਸੀਂ ਵੀ ਤੈਨੂੰ ਬੰਨਿਆ ਹੋਇਆ। ਪਰਮਾਤਮਾ ਨਾਲ ਕਰਦੇ ਨੇ ਠੋਕ ਵਜਾ ਕੇ ਪ੍ਰੇਮ ਦੀ ਗੱਲ। ਅਸੀਂ ਵੀ ਕਹਿੰਦੇ ਤੈਨੂੰ ਬੰਨਿਆ, ਕਾਹਦੇ ਨਾਲ ਬੰਨਿਆ? ਅਸੀਂ ਆਪਣੇ ਪ੍ਰੇਮ 'ਚ ਬੰਨਿਆ ਹੋਇਆ। ਹੁਣ ਕਹਿੰਦੇ ਨੇ ਅਸੀਂ ਤਾਂ ਤੇਰਾ ਨਾਮ ਜਪ ਕੇ ਨਾ ਜਿਹੜੀਆਂ ਮੋਹ ਦੀਆਂ ਬੰਧਨ ਜਿਹੜੇ ਸੀ ਕੱਟ ਦਿੱਤੇ। ਹੁਣ ਪਰਮਾਤਮਾ ਤੂੰ ਦੱਸ ਤੂੰ ਕੀ ਕਰੇਂਗਾ? ਆਪਣੇ ਛੁਟਨ ਕੋ ਯਤਨ ਕਰੋ ਤੁਮ, ਆਪਣੇ ਛੁਟਨ ਕੋ ਯਤਨ ਕਰੋ ਤੁਮ, ਹਮ ਛੁਟੇ ਤੁਮੇ ਅਰਾਧੇ। ਕਹਿੰਦੇ ਤੂੰ ਪਰਮਾਤਮਾ ਹੁਣ ਯਤਨ ਕਰ, ਤੂੰ ਸਾਡੇ ਪ੍ਰੇਮ 'ਚ ਛੁੱਟ ਸਕਦਾ? ਪਰਮਾਤਮਾ ਛੁੱਟਣਾ ਹੀ ਨਹੀਂ ਚਾਹੁੰਦਾ। ਗੋਬਿੰਦ ਭਾਓ ਭਗਤ ਦਾ ਭੁੱਖਾ, ਪਰਮਾਤਮਾ ਪ੍ਰੇਮਾ ਭਗਤੀ ਦਾ ਭੁੱਖਾ। ਇਹੋ ਜਿਹੇ ਪ੍ਰੇਮੀ ਹਿਰਦੇ ਦੇ ਤਾਂ ਪਰਮਾਤਮਾ ਇੱਕ ਛਿਨ ਵੇਲੇ ਪਰਮਾਤਮਾ ਦੂਰ ਨਹੀਂ ਹੋਣਾ ਚਾਹੁੰਦਾ। ਪਰਮਾਤਮਾ ਪ੍ਰਕਰਮਾਂ ਕਰਦਾ ਇਹੋ ਜਿਹੇ ਪ੍ਰੇਮੀਆਂ ਦੀਆਂ, ਇਹੋ ਜਿਹੀ ਸੱਚੀ ਜਿਨ੍ਹਾਂ ਦੇ ਕੋਲ ਸੱਚਾ ਪ੍ਰੇਮ ਹੈ, ਜਿਨ੍ਹਾਂ ਦੀ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਦੀ ਹਰ ਪਾਸਿਓਂ ਟੁੱਟ ਗਈ, ਪਰਮਾਤਮਾ ਦੇ ਨਾਲ ਸੱਚੀ ਪ੍ਰੀਤ ਆ। ਤੇ ਉਹ ਇਹੋ ਜਿਹੇ ਭਗਤ ਹੀ ਦਾਵਾ ਕਰ ਸਕਦੇ ਨੇ ਪਰਮਾਤਮਾ ਦੇ ਅੱਗੇ ਵੀ ਤੂੰ ਛੁੱਟ ਕੇ ਦਿਖਾ ਸਾਡੇ ਪ੍ਰੇਮ 'ਚ, ਕਿਉਂਕਿ ਉਹ ਪ੍ਰੇਮ ਮੂਰਤ ਹੋ ਚੁੱਕੇ ਨੇ ਭਗਤ ਜੀ। ਹੋਰ ਕੁਛ ਹੈ ਹੀ ਨਹੀਂ ਅੰਦਰ, ਸਿਰਫ ਪ੍ਰੇਮ ਨਾਲ ਹਿਰਦਾ ਭਰਿਆ ਹੋਇਆ।
ਬਸ ਪਰਮਾਤਮਾ ਵਿੱਚ ਅਭੇਦ ਨੇ, ਜਿਵੇਂ ਪਰਮਾਤਮਾ ਹਰ ਪਾਸੇ ਫੈਲਿਆ ਹੋਇਆ, ਇਹੋ ਜਿਹਾ ਭਗਤਾਂ ਦੀ ਖੁਸ਼ਬੂ ਪਰਮਾਤਮਾ ਵਿੱਚ ਅਭੇਦ ਹੋ ਕੇ ਹਰ ਪਾਸੇ ਫੈਲੀ ਹੋਈ। ਤਾਂ ਹੀ ਭਗਤ ਦਾਵਾ ਕਰਦਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਿ ਤੇਰੇ ਤੇ ਮੇਰੇ ਵਿੱਚ ਕੀ ਫਰਕ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਜੀ ਬਾਣੀ ਰੂਪ ਦੇ ਵਿੱਚ ਵਿਰਾਜਮਾਨ ਨੇ, ਸਾਖਸ਼ਾਤ ਨਿਰੰਕਾਰ ਦੇ ਰੂਪ ਵਿੱਚ ਵਿਰਾਜਮਾਨ ਨੇ, ਕਿਉਂਕਿ ਉਹ ਕਿਹਾ ਕੋਈ ਫਰਕ ਹੀ ਨਹੀਂ ਆ ਨਾ ਪਰਮਾਤਮਾ ਤੇ ਸਾਡੇ ਵਿੱਚ। ਤਾਂ ਇਹੋ ਜਿਹੇ ਪਿਆਰੇ, ਇਤਨੇ ਕੋਮਲ ਹਿਰਦੇ ਵਾਲੇ, ਇਤਨੇ ਨਿਮਰਤਾ ਨਾਲ ਭਰੇ ਹੋਏ, ਇਤਨਾ ਸੰਸਾਰ ਦਾ ਕਲਿਆਣ ਕਰਨ ਵਾਲੇ ਅੱਜ ਵੀ ਸਾਡਾ ਬਾਣੀ ਵਿੱਚੋਂ ਕਲਿਆਣ ਕਰ ਰਹੇ ਨੇ। ਤਾਂ ਸੰਗਤ ਜੀ, ਅਸੀਂ ਭਗਤ ਜੀ ਦੇ, ਭਗਤ ਰਵਿਦਾਸ ਜੀ ਦੇ ਚਰਨਾਂ ਵਿੱਚ ਨਤਮਸਤ ਹੋ ਕੇ ਬੇਨਤੀਆਂ ਕਰਦੇ ਹਾਂ ਕਿ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਇਹੋ ਜਿਹੀ ਪ੍ਰੇਮਾ ਭਗਤੀ ਵਸ ਜਾਵੇ। ਅਸੀਂ ਵੀ ਪਰਮਾਤਮਾ ਦੇ ਨਾਲ ਕਦੀ ਅਸੀਂ ਵੀ ਇਹੋ ਜਿਹੀਆਂ ਮਿੱਠੀਆਂ ਮਿੱਠੀਆਂ ਪਿਆਰੀਆਂ ਬਾਤਾਂ ਕਰ ਪਾਈਏ ਕਿ ਪਰਮਾਤਮਾ ਤੈਨੂੰ ਪ੍ਰੇਮ ਵਿੱਚ ਅਸੀਂ ਬੰਨ ਲਿਆ। ਹਾਲੇ ਤਾਂ ਅਸੀਂ ਸੰਸਾਰ 'ਚ ਹੀ ਬੰਝੇ ਪਏ ਹਾਂ। ਸੋ ਭਗਤ ਜੀ ਦੀ ਮਹਿਮਾ ਅਗਾਧ ਬਹੁਤ ਹੈ। ਜਿਹੜੇ ਪਰਮਾਤਮਾ 'ਚ ਅਭੇਦ ਹੋ ਜਾਂਦੇ ਨੇ, ਜਿਵੇਂ ਪਰਮਾਤਮਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਭਗਤਾਂ ਦਾ ਵੀ ਵਰਣਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਭਗਤਾਂ ਦੀ ਤਾਂ ਚਾਲ ਹੀ ਨਿਰਾਲੀ ਹੁੰਦੀ ਹੈ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਤੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ। ਔਖਾ ਮਾਰਗ ਆ ਭਗਤੀ ਦਾ, ਸੌਖਾ ਨਹੀਂ। ਕਿਹੋ ਜਿਹਾ ਔਖਾ ਮਾਰਗ? ਲੱਭ, ਲੋਭ, ਅਹੰਕਾਰ, ਤਜ, ਤ੍ਰਿਸ਼ਨਾ, ਬਹੁਤ ਨਹੀਂ ਬੋਲਣਾ। ਸੋ ਜੀਵ ਦੇ ਸਵਾਦ ਛੱਡਣੇ ਪੈਂਦੇ ਨੇ। ਆ ਜਿਹੜਾ ਲੋਭ ਪਿਆ ਆ ਅੰਦਰ, ਇਕੱਠਾ ਕਰਨ ਦਾ ਲੋਭ, ਉਹਦੀ ਜਗ੍ਹਾ ਵੰਡਣਾ ਸੁਭਾਅ ਹੋ ਜਾਂਦਾ ਹੈ। ਅਹੰਕਾਰ ਦੀ ਜਗ੍ਹਾ ਨਿਮਰਤਾ ਆ ਜਾਂਦੀ ਭਗਤਾਂ ਦੀ ਚਾਲ ਦੇ ਵਿੱਚ। ਲੱਭ, ਲੋਭ, ਅਹੰਕਾਰ, ਤਜ, ਤ੍ਰਿਸ਼ਨਾ, ਤ੍ਰਿਸ਼ਨਾ ਵਿੱਚ ਹੀ ਫਿਰਦੇ, ਆ ਵੀ ਆ ਜਾਵੇ, ਆ ਵੀ ਪੂਰਾ ਹੋ ਜਾਵੇ। ਨਹੀਂ, ਇੱਕੋ ਹੀ ਬਸ ਪਰਮਾਤਮਾ ਦੇ ਪ੍ਰੇਮ ਦੀ ਤ੍ਰਿਸ਼ਨਾ, ਦੁਨੀਆ ਦੀ ਤ੍ਰਿਸ਼ਨਾ ਛੱਡ ਫੁੱਟ ਜਾਂਦੀ ਹੈ। ਬਹੁਤ ਨਹੀਂ ਬੋਲਣਾ, ਮੀਨਿੰਗਲੈਸ ਨਹੀਂ ਬੋਲਦੇ ਹੁਣ ਵੀ ਬੈਠੇ ਗੱਪਾਂ ਹੀ ਮਾਰੀ ਜਾਂਦੇ, ਪਤਾ ਨਹੀਂ ਫੋਨ ਤੇ ਕੀ ਕੀ ਕਰੀ ਜਾਂਦੇ। ਨਹੀਂ, ਬਹੁਤਾ ਨਹੀਂ ਬੋਲਦੇ। ਹੁਣ ਭਗਤਾਂ ਦੀ ਬਾਣੀ ਵਿੱਚ ਇਤਨੀ ਤਾਕਤ ਹੁੰਦੀ ਹੈ, ਇਤਨਾ ਰਸ ਹੁੰਦਾ ਹੈ। ਭਗਤ ਜਦੋਂ ਵੀ ਬੋਲਦੇ ਆ, ਕਿਸੇ ਦੁਖੀ ਨੂੰ ਸੁਖੀ ਕਰ ਦਿੰਦੇ ਨੇ, ਕਿਸੇ ਟੁੱਟੇ ਨੂੰ ਜੋੜ ਦਿੰਦੇ ਨੇ, ਕਿਸੇ ਢਹਿੰਦੀਆਂ ਕਲਾ ਵਾਲੇ ਨੂੰ ਚੜ੍ਹਦੀਆਂ ਕਲਾ ਵਿੱਚ ਕਰ ਦਿੰਦੇ ਨੇ। ਪਰ ਜਿੱਥੇ ਤਾੜਨਾ ਕਰਨੀ, ਉੱਥੇ ਤਾੜਨਾ ਵੀ ਕਰਦੇ ਨੇ। ਬਾਬਾ ਕਬੀਰ ਜੀ ਨੇ ਵੀ ਦੱਸ ਦਿੱਤਾ, ਇਹ ਨਹੀਂ ਵੀ ਜਿੱਥੇ ਤਾੜਨਾ ਕਰਨ ਵਾਲੀ, ਉੱਥੇ ਤਾੜਨਾ ਵੀ ਕਰਨੀ, ਮਾਰਗ ਦਰਸ਼ਨ ਵੀ ਕਰਦੇ ਨੇ ਭਗਤ। ਸੋ ਗੁਰੂ ਮਹਾਰਾਜ ਦੇ ਚਰਨਾਂ ਵਿੱਚ, ਬਾਬਾ ਰਵਿਦਾਸ ਜੀ ਦੇ, ਭਗਤ ਰਵਿਦਾਸ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਸਾਡੀ ਸਾਰੀ ਸੰਗਤ ਦੀ ਅਰਦਾਸ ਬੇਨਤੀ ਹੈ ਕਿ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਇਹ ਭਗਤੀ ਦੇ, ਜਿਹੜੀ ਭਗਤਾਂ ਕੀ ਚਾਲ ਨਿਰਾਲੀ ਵਾਲੇ ਗੁਣ ਆਏ, ਸਾਡੇ ਅੰਦਰ ਆ ਜਾਣ। ਪ੍ਰੇਮਾ ਭਗਤੀ ਵਸੇ ਸਾਡੇ ਵੀ ਹਿਰਦੇ ਵਿੱਚ। ਅਸੀਂ ਵੀ ਆਪਣੇ ਹਿਰਦੇ ਦੀ ਧੜਕਣ ਧੜਕਣ ਵਿੱਚ, ਸਵਾਸ ਸਵਾਸ ਵਿੱਚ, ਰੋਮ ਰੋਮ ਵਿੱਚ, ਪ੍ਰਾਣ ਪ੍ਰਾਣ ਵਿੱਚ ਪ੍ਰਭੂ ਦੇ ਨਾਲ, ਵਾਹਿਗੁਰੂ ਜੀ ਦੇ ਨਾਲ ਅਭੇਦ ਹੋ ਜਾਈਏ। ਐਸੀਆਂ ਬੇਨਤੀਆਂ, ਹੋਈਆਂ ਭੁੱਲਾਂ ਗਲਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਭਗਤ ਰਵਿਦਾਸ ਜੀ, ਸਾਰੀ ਸੰਗਤ ਜੀ ਬਖਸ਼ ਦੇਣਾ। ਹਮੇਸ਼ਾ ਹੀ ਆਪਣੀ ਕਿਰਪਾ ਦ੍ਰਿਸ਼ਟੀ ਬਣਾ ਕੇ ਰੱਖਣਾ, ਆਪਣੀਆਂ ਅਸੀਸਾਂ ਬਣਾ ਕੇ ਰੱਖਣਾ। ਸੰਗਤ ਜੀ, ਤੁਹਾਡੀਆਂ ਹੀ ਚਰਨਾਂ ਦੀ ਧੂੜੀ ਦੇ ਪਿੱਛੇ, ਤੁਹਾਡੀਆਂ ਹੀ ਅਸੀਸਾਂ ਪਿੱਛੇ ਗੁਰੂ ਮਹਾਰਾਜ ਜੀ ਸਾਨੂੰ ਵੀ ਬਖਸ਼ ਦੇਣਗੇ। ਔਰ ਸਾਡੇ ਵੀ ਜਨਮਾਂ ਜਨਮਾਂ ਦੇ ਕਿਲਵਿਖ, ਸਾਡੇ ਗੁਨਾਹ, ਸਾਡੀਆਂ ਮਹਿਲਾਂ, ਸਾਡੇ ਔਗਣ ਜਿਹੜੇ ਬਖਸ਼ ਕੇ ਸਾਨੂੰ ਵੀ ਆਪਣੇ ਮਹਾਰਾਜ ਜੀ ਚਰਨਾਂ ਵਿੱਚ ਅਭੇਦ ਕਰ ਲੈਣਗੇ। ਸੰਗਤ ਜੀ, ਤੁਹਾਡੀਆਂ ਹੀ ਅਸੀਸਾਂ ਪਿੱਛੇ ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।